ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सत्कारयोग गुरु की साजी और नवाजी हुई। गुरु खालसा साध संगत जियो, जिनके भाग बड़े हैं भाई, तिन साधु संग मुख जुरे। नेता प्रति सतगुरु श्री गुरु ग्रंथ साहिब जी महाराज जी की पवित्र हजूरी च हाजिर हो के ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਤੇ ਨਤਮਸਤਕ ਹੋ ਕੇ ਜਗਤ ਗੁਰੂ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਅਕਥ ਕਥਾ ਬਹੁਤ ਹੀ ਅਦਬ ਸਤਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਬਾਬਾ ਦਾਤੂ ਜੀ ਦੇ ਵਿਖਾਤ ਤੋਂ ਸਤਿਗੁਰੂ ਜੀ ਉਪਰਾਮ ਹੋ ਕੇ ਬਾਸਰ ਕੇ ਨਗਰ ਵਿਖੇ ਇੱਕ ਗਵਾਲੇ ਦੇ ਕੋਠੇ ਵਿੱਚ ਜਾ ਕੇ ਗੁਪਤ ਹੋਏ ਹਨ। ਦਰਵਾਜ਼ਾ ਚਿਣ ਦਿੱਤਾ ਹੈ ਔਰ ਉੱਪਰ ਲਿਖ ਦਿੱਤਾ ਜਿਹੜਾ ਸਾਨੂੰ ਪ੍ਰਗਟ ਕਰੇਗਾ ਇਸ ਦਰਵਾਜ਼ੇ ਨੂੰ ਖੋਲ ਕੇ, ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਦੋਹਾਂ ਜਹਾਨਾਂ 'ਚ ਉਹਦੀ ਅਸੀਂ ਸਹਾਇਤਾ ਨਹੀਂ ਕਰਾਂਗੇ। ਇੱਧਰ ਬਾਬਾ ਦਾਤੂ ਜੀ ਗੁਰੂ ਘਰ ਦਾ ਰਾਜ ਸਾਜ ਲੈ ਕੇ ਜਦੋਂ ਵਾਪਸ ਖਡੂਰ ਸਾਹਿਬ ਜਾਣ ਲੱਗੇ, ਰਸਤੇ 'ਚ ਧਾੜਵੀਆਂ ਨੇ ਹਮਲਾ ਕੀਤਾ, ਸਭ ਕੁਝ ਲੁੱਟ ਲਿਆ। ਮਨ 'ਚ ਪਛਤਾਵਾ ਕਰਦੇ ਆਪਣੇ ਘਰ ਪਹੁੰਚ ਗਏ। ਲੱਤ ਵਿੱਚ ਬੜੀ ਭਿਆਨਕ ਦਰਦ ਹੈ, ਜਿਹੜੀ ਲੱਤ ਸਤਿਗੁਰਾਂ ਦੀ ਛਾਤੀ 'ਚ ਮਾਰੀ ਸੀ। ਸੋਚਦੇ ਨੇ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ ਹੈ, ਮੈਂ ਬੜਾ ਵੱਡਾ ਅਪਰਾਧ ਕੀਤਾ। ਇੱਧਰ ਸੰਗਤ ਬੜੀ ਬੇਬਲ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ, ਭਾਲ ਕਰਦੇ ਨੇ ਕਿਤੇ ਮਿਲੇ ਨਹੀਂ, ਸਭ ਆਪੋ ਆਪਣੀਆਂ ਕਿਆਸਰਾਈਆਂ ਲਾਉਂਦੇ ਐ। ਅਖੀਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਆ ਕੇ ਬੇਨਤੀ ਕੀਤੀ। ਬਾਬਾ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ, ਫਿਰ ਸੋਚਿਆ ਕਿ ਜੇ ਹੁਣ ਮੈਂ ਦੱਸ ਦਿੱਤਾ ਵੀ ਸਤਿਗੁਰੂ ਜੀ ਬਾਸਰ ਕੇ ਨਗਰ ਵਿਖੇ ਹਨ, ਮੇਰੀ ਅਜ਼ਮਤ ਪ੍ਰਗਟ ਹੋਵੇਗੀ, ਮੇਰੀ ਸੋਭਾ ਕਰਨਗੇ। ਆਪਣੀ ਖੇਡ ਨੂੰ ਆਪਣੇ ਅੰਦਰ ਹੀ ਛੁਪਾ ਲਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਜਿਨ ਹਰ ਪਾਇਆ ਤਿਨੈ ਛਪਾਇਆ, ਇਹ ਗੁਰਮੁਖਾਂ ਦੀ ਘਾਟੀ ਹੈ। ਔਰ ਆਪਣੇ ਅੰਦਰ ਹੀ ਆਪਣੀ ਖੇਡ ਨੂੰ ਛੁਪਾ ਕੇ ਏਦਾਂ ਬਚਨ ਕਰ ਰਹੇ ਨੇ ਸੰਗਤ ਨਾਲ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਕੁਝ ਪਤਾ ਹੀ ਨਾ ਹੋਵੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਭ ਸੰਗਤ ਸੰਗ ਬਾਤ ਸੁਨਾਵਾ, ਸਾਰੀ ਸੰਗਤ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਨੰਨ ਸੇਵਕ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬੋਲੇ, ਕਹਿਣ ਲੱਗੇ ਸ਼੍ਰੀ ਗੁਰ ਸਬਨ ਬਿਖਾਦ ਮਿਟਾਵਾ। ਕਹਿਣ ਲੱਗੇ ਸੰਗਤ ਜੀ, ਗੁਰੂ ਸਾਹਿਬ ਜੀ ਨੇ ਸਾਰਾ ਝਗੜਾ ਹੀ ਮੁਕਾ ਦਿੱਤਾ ਹੈ, ਕਿਉਂਕਿ ਬਾਬਾ ਦਾਤੂ ਜੀ ਆ ਕੇ ਬਿਖਾਦ ਕਰ ਰਹੇ ਸਨ, ਝਗੜਾ ਕਰ ਰਹੇ ਸਨ। ਉਹ ਬਿਖਾਦ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਮਿਟਾਇਆ ਹੈ। ਨਹੀਂ ਚਿੰਤ ਕੀਜੇ ਮਮ ਪਿਆਰੇ, ਇਹ ਮੇਰੇ ਪਿਆਰ ਵਾਲੇ ਗੁਰਸਿੱਖੋ, ਮਨ 'ਚ ਚਿੰਤਾ ਨਾ ਕਰੋ, ਕਿਉਂਕਿ ਸਿੱਖਾਂ ਨੂੰ ਫਿਕਰ ਸੀ ਕਿ ਖਬਰੇ ਸਤਿਗੁਰੂ ਜੀ ਕਿਤੇ ਸੱਚਖੰਡ ਨਾ ਚਲੇ ਗਏ ਹੋਣ, ਜਾਂ ਜੰਗਲ ਵਿੱਚ ਕਿਤੇ ਉਦਿਆਨ 'ਚ ਗੁਪਤ ਨਾ ਹੋ ਗਏ ਹੋਣ। ਕਈ ਤਰ੍ਹਾਂ ਦੇ ਫਿਕਰ ਸੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੇਰੇ ਪਿਆਰਿਓ,
ਆਪਣੇ ਚਿੱਤ 'ਚ ਕਿਸੇ ਪ੍ਰਕਾਰ ਦੀ ਚਿੰਤਾ ਤੇ ਫਿਕਰ ਨਾ ਕਰੋ। ਸਭਨ ਸਹਾਇਕ ਕਾਰਜ ਸਾਰੇ। ਸਤਿਗੁਰੂ ਜੀ ਸਭ ਦੇ ਸਹਾਇਕ ਹਨ, ਸਤਿਗੁਰੂ ਜੀ ਸਭ ਦੇ ਮਦਦਗਾਰ ਹਨ ਔਰ ਉਹ ਸਭ ਦੇ ਕਾਰਜ ਸਵਾਰਨ ਵਾਲੇ ਹਨ। ਸਤਿਗੁਰ ਸਿਮਰੋ ਪ੍ਰੇਮ ਵਿਸਾਲੇ। ਤੁਸੀਂ ਆਪਣੇ ਹਿਰਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦਾ ਪ੍ਰੇਮ ਧਾਰਨ ਕਰਕੇ ਉਹਨਾਂ ਦਾ ਸਿਮਰਨ ਕਰੋ, ਉਹਨਾਂ ਨੂੰ ਯਾਦ ਕਰੋ, ਸਤਿਗੁਰੂ ਜੀ ਨੂੰ, ਉਹਨਾਂ ਦਾ ਭਜਨ ਕਰੋ, ਉਹਨਾਂ ਦੀ ਆਰਾਧਨਾ ਕਰੋ। ਮਿਲੇ ਗੁਰੂ ਸਭ ਲਹਿ ਸੰਭਾਲੇ। ਸਤਿਗੁਰੂ ਜੀ ਜ਼ਰੂਰ ਮਿਲਣਗੇ ਤੁਹਾਨੂੰ ਸਾਰਿਆਂ ਨੂੰ, ਉਹ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੁਹਾਡੇ ਸਭ ਦੀ ਸੰਭਾਲ ਕਰਨਗੇ ਜਦੋਂ ਉਹਨਾਂ ਨੂੰ ਸਿਮਰੋਗੇ। ਤੁਸੀਂ ਚਿੰਤਾ ਨਾ ਕਰੋ, ਉਹਨਾਂ ਦਾ ਸਿਮਰਨ ਕਰੋ। ਜਦੋਂ ਉਹਨਾਂ ਨੂੰ ਯਾਦ ਕਰੋਗੇ, ਸਿਮਰੋਗੇ, ਤੁਹਾਨੂੰ ਆਪੇ ਹੀ ਮਿਲਣਗੇ ਔਰ ਆਪ ਮਿਲ ਕੇ ਤੁਹਾਡੀ ਸਾਰਿਆਂ ਦੀ ਸੰਭਾਲ ਕਰਨਗੇ। ਚਲੋ ਸਕਲ ਹੀ ਗੋਇੰਦਵਾਲੋ। ਬਾਬਾ ਬੁੱਢਾ ਸਾਹਿਬ ਜੀ ਆਪਣੇ ਨਗਰ ਤੋਂ ਸਾਰੀ ਸੰਗਤ ਨੂੰ ਨਾਲ ਲੈ ਲਿਆ। ਕਹਿੰਦੇ ਚਲੋ ਆਪਾਂ ਸਾਰੇ ਸਤਿਗੁਰੂ ਜੀ ਦੀ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਚੱਲੀਏ। ਮੈਂ ਪੀ ਅਬ ਤੁਮਰੀ ਸੰਗ ਚਾਲੋ। ਬਾਬਾ ਬੁੱਢਾ ਸਾਹਿਬ ਕਹਿੰਦੇ ਸੰਗਤ ਨੂੰ ਕਿ ਮੈਂ ਵੀ ਤੁਹਾਡੇ ਨਾਲ ਚੱਲਦਾ, ਤੁਸੀਂ ਚੱਲੋ, ਮੈਂ ਵੀ ਤੁਹਾਡੇ ਨਾਲ ਚੱਲਾਂਗਾ, ਆਪਾਂ ਰਲ ਕੇ ਸਤਿਗੁਰਾਂ ਜੀ ਦੀ ਭਾਲ ਕਰਾਂਗੇ। ਗਮਨ ਕਰਿਓ ਸਭ ਕੀਰ ਅਗਾਰੀ। ਏਦਾਂ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਸਾਰੀ ਸੰਗਤ ਦੇ ਮੂਹਰੇ ਹੋ ਕੇ ਅੱਗੇ ਹੋ ਕੇ ਚੱਲੇ। ਸਾਰੀ ਸੰਗਤ ਬਾਬਾ ਜੀ ਦੇ ਪਿੱਛੇ ਪਿੱਛੇ ਜਾ ਰਹੀ ਹੈ। ਸਭ ਦੀ ਰਸਨਾ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਤੇ ਸਤਿਗੁਰਾਂ ਦਾ ਸਿਮਰਨ ਹੈ। ਹਰਖਤ ਸੰਗਤ ਚਲੀ ਪਿਛਾਰੀ। ਸੰਗਤ ਦੇ ਮਨ 'ਚ ਇਸ ਗੱਲ ਦੀ ਤਸੱਲੀ ਤੇ ਖੁਸ਼ੀ ਵੀ ਹੈ ਕਿ ਬਾਬਾ ਬੁੱਢਾ ਸਾਹਿਬ ਦੀ ਅੱਗੇ ਲੱਗ ਗਏ ਨੇ, ਬਸ ਹੁਣ ਦਰਸ਼ਨ ਹੋਣਗੇ। ਪਹਿਲਾਂ ਤਾਂ ਸੰਗਤ ਬੇਬਲ ਸੀ, ਫਿਕਰ ਵਿੱਚ ਸੀ, ਪਰ ਜਦੋਂ ਹੁਣ ਵੇਖਿਆ ਵੀ ਬਾਬਾ ਬੁੱਢਾ ਸਾਹਿਬ ਜੀ ਸਾਡੇ ਆਗੂ ਬਣ ਕੇ ਅੱਗੇ ਲੱਗ ਕੇ ਚੱਲ ਪਏ ਨੇ, ਹੁਣ ਤਾਂ ਜ਼ਰੂਰ ਦਰਸ਼ਨ ਹੋਣਗੇ, ਸਤਿਗੁਰੂ ਜੀ ਜ਼ਰੂਰ ਮਿਲਣਗੇ। ਇਸ ਗੱਲ ਦੀ ਸਾਰੀ ਸੰਗਤ ਨੂੰ ਤਸੱਲੀ ਵੀ ਹੈ ਤੇ ਖੁਸ਼ੀ ਵੀ ਹੈ। ਤੂਰਨ ਹੀ ਸਭ ਪੁਰ ਮੈਂ ਆਏ। ਕਿ ਗੁਰੂ ਸਾਹਿਬ ਜੀ ਦੀ ਪਵਿੱਤਰ ਨਗਰੀ 'ਚ ਗੋਇੰਦਵਾਲ ਸਾਹਿਬ ਪਹੁੰਚੇ ਹਨ। ਗੁਰ ਬਿਨ ਨਗਰ ਨ ਸਦਨ ਸੁਹਾਏ। ਜਦੋਂ ਗੁਰੂ ਕੇ ਮਹਿਲਾਂ ਵਿੱਚ ਆਏ ਨਾ ਚੁਬਾਰਾ ਸਾਹਿਬ, ਸਤਿਗੁਰਾਂ ਤੋਂ ਬਿਨਾਂ ਨਾ ਤੇ ਨਗਰ ਚੰਗਾ ਲੱਗੇ ਤੇ ਨਾ ਉਹ ਮਹਿਲ ਚੰਗੇ ਲੱਗਣ। ਗੁਰੂ ਪਾਤਸ਼ਾਹ ਕਰਕੇ ਗੁਰੂ ਕੇ ਮਹਿਲ ਸ਼ੋਭਦੇ ਨੇ ਨਾ। ਕਹਿੰਦੇ ਜਦੋਂ ਆਏ ਨਾ ਬਾਬਾ ਬੁੱਢਾ ਸਾਹਿਬ ਤੇ ਸੰਗਤ, ਜਦੋਂ ਮਹਾਰਾਜ ਜੀ ਦੇ ਮਹਿਲਾਂ 'ਚ ਆਏ, ਨਗਰ ਵਿੱਚ ਆਏ, ਤੇ ਨਾ ਤਾਂ ਨਗਰ ਚੰਗਾ ਲੱਗੇ ਸਤਿਗੁਰਾਂ ਬਿਨਾਂ, ਨਾ ਹੀ ਸਤਿਗੁਰਾਂ ਬਿਨਾਂ ਮਹਾਰਾਜ ਜੀ ਦੇ ਮਹਿਲ ਚੰਗੇ ਲੱਗਣ। ਜਤਾ ਸੁਰਗ ਮਗਵਾ ਬਿਨ ਹੋਏ। ਕਹਿੰਦੇ ਜਿਵੇਂ ਸਵਰਗਪੁਰੀ ਵਿੱਚ ਰਾਜਾ ਇੰਦਰ ਨਾ ਹੋਵੇ ਨਾ, ਸਵਰਗ ਦਾ ਰਾਜਾ ਇੰਦਰ ਹੈ, ਤੇ ਇੰਦਰ ਤੋਂ ਬਿਨਾਂ ਜਿਵੇਂ ਸਵਰਗਪੁਰੀ ਨਹੀਂ ਸ਼ੋਭਦੀ, ਚੰਗੀ ਨਹੀਂ ਲੱਗਦੀ, ਏਦਾਂ ਗੁਰੂ ਕੀ ਨਗਰੀ ਗੁਰੂ ਪਾਤਸ਼ਾਹ ਬਿਨਾਂ ਨਹੀਂ ਸ਼ੋਭਦੀ, ਸਤਿਗੁਰਾਂ ਬਿਨਾਂ ਨਹੀਂ ਚੰਗੀ ਲੱਗਦੀ। ਨਰ ਨਾਰੀ ਚਿੰਤਾ ਚਿਤ ਸੋਏ। ਜਿੰਨੇ ਨਰ ਨਾਰੀਆਂ ਨੇ ਸਭ ਦੇ ਮਨ 'ਚ ਚਿੰਤਾ ਹੈ, ਸਭ ਦੇ ਮਨ 'ਚ ਕੋਈ ਫਿਕਰ ਹੈ, ਖਬਰੇ ਸਤਿਗੁਰੂ ਜੀ ਕਿੱਥੇ ਹਨ, ਕਿਸ ਹਾਲਤ ਵਿੱਚ ਹਨ, ਕਿੱਧਰ ਚਲੇ ਗਏ ਹਨ, ਏਦਾਂ ਸਭ ਦੇ ਮਨ ਵਿੱਚ ਫਿਕਰ ਤੇ ਚਿੰਤਾ ਹੈ। ਪੂਰਬ ਬੁੱਢਾ ਗਿਓ ਚੁਬਾਰੇ। ਬਾਬਾ ਬੁੱਢਾ ਸਾਹਿਬ ਜੀ ਚੱਲ ਕੇ ਚੁਬਾਰਾ ਸਾਹਿਬ ਗਏ, ਜਿੱਥੇ ਮਹਾਰਾਜ ਜੀ ਬਿਰਾਜਦੇ ਸੀ ਨਾ ਗੁਰੂ ਅਮਰਦਾਸ ਸਾਹਿਬ, ਕਿੱਲੀ ਫੜ ਕੇ ਖਲੋ ਕੇ ਦਰਸ਼ਨ ਦਿੰਦੇ ਸੀ ਚੁਬਾਰਾ ਸਾਹਿਬ, ਉੱਥੇ ਬਾਬਾ ਬੁੱਢਾ ਸਾਹਿਬ ਜੀ ਚੱਲ ਕੇ ਗਏ। ਬਿਨੈ ਬਚਨ ਹੋਏ ਖਰੇ ਉਚਾਰੇ। ਆਪਣੇ ਗਲ 'ਚ ਹਜੂਰੀਆ ਪਾ ਕੇ, ਪੱਲੂ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਖਲੋ ਕੇ, ਜਿੱਥੇ ਕਿੱਲੀ ਹੈ ਨਾ ਸਤਿਗੁਰੂ ਜੀ ਦੀ, ਉੱਥੇ ਖਲੋ ਕੇ ਹੱਥ ਜੋੜ ਕੇ ਬਾਬਾ ਜੀ ਨੇ ਬੇਨਤੀ ਕੀਤੀ। ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਧਾਰ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ। ਸ਼੍ਰੀ ਸਤਿਗੁਰ ਸੰਗਤ ਦਿਸ਼ ਹੀਰੋ। ਬੇਨਤੀ ਕੀਤੀ, ਹੈ ਸਤਿਗੁਰੂ, ਹੈ ਦੀਨ ਦਿਆਲ, ਆ ਵੇਖੋ ਤੁਹਾਡੀ ਸੰਗਤ ਤੁਹਾਡੇ ਬਿਨਾਂ ਕਿਵੇਂ ਬੇਬਲ ਹੈ। ਮਹਾਰਾਜ ਤੁਹਾਡੀ ਸੰਗਤ ਵੱਲ ਤੁਸੀਂ ਵੇਖੋ, ਤੱਕੋ।
ਅਪਰ ਬਾਰਤਾ ਹਿਰਦੈ ਨਿਬੀਰੋ। ਬਾਕੀ ਜਿੰਨੀਆਂ ਵਾਰਤਾਵਾਂ ਸਭ ਦੇ ਹਿਰਦਿਆਂ 'ਚ ਚੱਲ ਰਹੀਆਂ ਨੇ, ਕੋਈ ਕੁਝ ਸੋਚਦਾ ਹੈ, ਕੋਈ ਕੁਝ ਸੋਚਦਾ। ਕਿਰਪਾ ਕਰੋ ਮਹਾਰਾਜ, ਇਹ ਸਾਰੀਆਂ ਸੋਚਾਂ ਦੂਰ ਕਰ ਦਿਓ। ਇਹ ਸਾਰੀਆਂ ਵਾਰਤਾਵਾਂ ਆਪ ਜੀ ਕਿਰਪਾ ਕਰਕੇ ਪ੍ਰਗਟ ਹੋ ਕੇ ਨਿਬੇੜ ਦਿਓ। ਚਿੰਤਾ ਤੁਰ ਉਦਬੀਗ ਸਮੇਤ। ਮਹਾਰਾਜ ਇਹ ਸਾਰੇ ਸਿੱਖ ਤੁਹਾਡੇ ਸਭ ਸੇਵਕ ਚਿੰਤਾ ਦੇ ਉਦਵੇਗ ਦੇ ਵਹਿਣ ਵਿੱਚ ਵਹਿ ਰਹੇ ਹਨ। ਪ੍ਰਭ ਜੀ ਸੂਨੇ ਪਰੇ ਨਿਕੇਤ। ਮਹਾਰਾਜ ਜੀ ਤੁਹਾਡੇ ਬਿਨਾਂ ਤੁਹਾਡੇ ਮਹਿਲ ਸੁੰਨੇ ਸੁੰਨੇ ਪ੍ਰਤੀਤ ਹੁੰਦੇ ਹਨ। ਮਹਾਰਾਜ ਇਹ ਮਹਿਲ, ਇਹ ਮਾੜੀਆਂ, ਇਹ ਦਰਬਾਰ ਤੁਹਾਡੇ ਨਾਲ ਸੋਭਦੇ ਨੇ ਗਰੀਬ ਨਵਾਜ। ਤੁਹਾਡੇ ਤੋਂ ਬਿਨਾਂ ਇਹ ਮਹਿਲ ਸੁੰਨੇ ਪ੍ਰਤੀਤ ਹੋ ਰਹੇ ਨੇ। ਤੁਮ ਬਿਨ ਕਿਸੇ ਨ ਲਾਗਤ ਆਛੇ। ਮਹਾਰਾਜ ਤੁਹਾਡੇ ਬਿਨਾਂ ਇਹ ਮਹਿਲ ਕਿਸੇ ਨੂੰ ਚੰਗੇ ਨਹੀਂ ਪਏ ਲੱਗਦੇ। ਤੁਸੀਂ ਹੋ ਤਾਂ ਇਹ ਮਹਿਲ ਸਭ ਨੂੰ ਸ਼ੋਭਦੇ ਆ, ਸਭ ਨੂੰ ਚੰਗੇ ਲੱਗਦੇ ਆ। ਮਹਾਰਾਜ ਤੁਹਾਡੇ ਬਿਨਾਂ ਇਹ ਮਹਿਲ ਮਾੜੀਆਂ ਕਿਸੇ ਨੂੰ ਨਹੀਂ ਭਾਉਂਦੇ। ਖਾਨ ਪਾਨ ਕੀ ਰੁਚਨੇ ਬਾਛੇ। ਮਹਾਰਾਜ ਸੰਗਤ ਵੇਖੋ ਤੁਹਾਡੀ ਕਿਤਨੀ ਉਦਵੇਗ ਵਿੱਚ ਵਿਆਕੁਲ ਹੈ। ਪਾਤਸ਼ਾਹ ਨਾ ਇਹਨਾਂ ਨੂੰ ਖਾਣਾ ਭਾ ਰਿਹਾ, ਨਾ ਪਹਿਨਣਾ, ਨਾ ਪਾਉਣਾ, ਨਾ ਬੋਲਣਾ। ਮਹਾਰਾਜ ਤੁਹਾਡੇ ਵਿਛੋੜੇ ਦੀ ਚਿੰਤਾ ਦੇ ਵਿੱਚ ਸਭ ਦਗਧ ਹੋ ਰਹੇ ਨੇ। ਸੰਕਟ ਸਭ ਕੋ ਹਰੋ ਕਿਰਪਾਲਾ। ਹੇ ਪਰਮ ਕਿਰਪਾਲੂ ਦਿਆਲੂ ਸਾਹਿਬ ਜੀ, ਕਿਰਪਾ ਕਰਕੇ ਆਪਣੀ ਸੰਗਤ ਦਾ ਸੰਕਟ ਦੂਰ ਕਰੋ। ਤੁਹਾਡੀ ਸੰਗਤ ਸੰਕਟ ਵਿੱਚ ਹੈ, ਚਿੰਤਾ ਵਿੱਚ ਹੈ, ਫਿਕਰ ਵਿੱਚ ਹੈ। ਮਹਾਰਾਜ ਆਪਣੀ ਸੰਗਤ ਦਾ ਸੰਕਟ ਨਿਵਾਰੋ, ਇਹਨਾਂ ਦੀ ਚਿੰਤਾ ਤੇ ਫਿਕਰ ਨੂੰ ਦੂਰ ਕਰੋ। ਦੇਹੋ ਤਰਸ ਆਪਨੋ ਇਸ ਕਾਲਾ। ਮਹਾਰਾਜ ਕਿਰਪਾ ਕਰਕੇ ਇਸ ਵੇਲੇ ਆਪ ਜੀ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ। ਮਹਾਰਾਜ ਆਪਣੇ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰੋ। ਕਿਮ ਕਹਿ ਵੈਰ ਸਰਬ ਮੈਂ ਬੈਸੀ। ਏਦਾਂ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਕਿੱਲੀ ਦੇ ਕੋਲ ਖਲੋ ਕੇ ਚੁਬਾਰਾ ਸਾਹਿਬ ਅਰਦਾਸ ਕੀਤੀ। ਅਰਦਾਸ ਕਰਕੇ ਫਿਰ ਬਾਹਰ ਜਿੱਥੇ ਸੰਗਤ ਸੀ, ਸੰਗਤ ਵਿੱਚ ਆ ਕੇ ਬੈਠ ਗਏ। ਹਾਂਜੀ। ਬੂਝਤ ਇਹ ਪ੍ਰਸੰਗ ਭਾ ਕੈਸੇ। ਸੰਗਤ ਵਿੱਚ ਬੈਠ ਕੇ ਫਿਰ ਹੁਣ ਬਾਬਾ ਜੀ ਪੁੱਛਦੇ ਸੰਗਤ ਨੂੰ ਵੀ ਦੱਸੋ ਵੀ ਸਭ ਕੁਝ ਹੋਇਆ ਕਿਵੇਂ, ਕੀ ਹੋਇਆ ਸੀ, ਕਿਵੇਂ ਬਾਬਾ ਦਾਤੂ ਜੀ ਆਏ, ਕਿਵੇਂ ਉਹਨਾਂ ਗੁਰੂ ਸਾਹਿਬ ਦਾ ਨਿਰਾਦਰ ਕੀਤਾ, ਸਤਿਗੁਰੂ ਜੀ ਕਿਸ ਵਕਤ ਗਏ ਹੋਣਗੇ। ਉਹ ਸਾਰਾ ਪ੍ਰਸੰਗ ਬਾਬਾ ਬੁੱਢਾ ਸਾਹਿਬ ਜੀ ਸੰਗਤ ਨੂੰ ਪੁੱਛਦੇ, ਜਿਹੜੇ ਉੱਥੇ ਹਾਜ਼ਰ ਸੀ ਨਾ ਉਸ ਵੇਲੇ ਮੌਕੇ ਤੇ, ਉਹਨਾਂ ਨੂੰ ਪੁੱਛਦੇ ਹਨ। ਨਿਕਸੇ ਸਤਿਗੁਰ ਕੌਣ ਸਮੇਂ ਹੈ। ਸਤਿਗੁਰੂ ਜੀ ਕਿਹੜੇ ਵੇਲੇ ਗਏ ਨੇ ਘਰੋਂ ਮਹਿਲਾਂ ਵਿੱਚੋਂ। ਖੋਜੈ ਖੋਜ ਬਤਾਓ ਹਮੇ ਹੈ। ਹਾਂ ਦੱਸੋ, ਆਪਾਂ ਖੋਜ ਲੱਭੀਏ ਕਿ ਪਾਤਸ਼ਾਹ ਗਏ ਤੇ ਕਿਸ ਪਾਸੇ ਗਏ। ਕੋਈ ਉਹਨਾਂ ਦੇ ਚਰਨਾਂ ਦੀਆਂ ਤੁਸੀਂ ਨਿਸ਼ਾਨੀਆਂ ਵੇਖੀਆਂ ਹੋਣ, ਜਾਂਦਿਆਂ ਦੀਆਂ ਰਸਤੇ ਵਿੱਚ ਪੈੜ ਵੇਖੀ ਹੋਵੇ, ਕਿਸੇ ਨੂੰ ਕੋਈ ਖਬਰ ਹੋਵੇ ਵੀ ਕਿਸ ਪਾਸੇ ਗਏ ਨੇ। ਗਇਓ ਸਬਨ ਗੁਰ ਅੰਗਦ ਤਾਤਾ। ਬਾਬਾ ਬੁੱਢਾ ਸਾਹਿਬ ਜੀ ਦੀ ਇਹ ਵਾਰਤਾ ਸੁਣ ਕੇ ਸੰਗਤ ਨੇ ਦੱਸਿਆ, ਬਾਬਾ ਜੀ ਗੁਰੂ ਅੰਗਦ ਦੇਵ ਸਾਹਿਬ ਦੇ ਸਪੁੱਤਰ ਬਾਬਾ ਦਾਤੂ ਜੀ ਨੇ ਆਏ ਪ੍ਰਹਾਰੀ ਗੁਰ ਕੀ ਲਾਤਾ। ਆ ਕੇ ਗੁਰੂ ਦਰਬਾਰ ਵਿੱਚ ਤਖਤ ਤੇ ਬੈਠਿਆਂ ਦੇ ਸਤਿਗੁਰਾਂ ਦੀ ਛਾਤੀ 'ਚ ਲੱਤ ਮਾਰੀ। ਅਰਧ ਨਿਸਾ ਮੈਂ ਨਿਕਸੇ ਪੁਰਤੇ। ਸ਼ਾਮ ਪੈ ਗਈ, ਅਸੀਂ ਸਭ ਆਪੋ ਆਪਣੀ ਥਾਂ ਤੇ ਚਲੇ ਗਏ। ਮਹਾਰਾਜ ਜੀ ਵੀ ਸੁਖਾਸਣ ਸਥਾਨ ਤੇ ਸਨ। ਅੱਧੀ ਕੁ ਰਾਤ ਦਾ ਵੇਲਾ ਹੋਇਆ ਤੇ ਅੱਧੀ ਰਾਤ ਦੇ ਸਮੇਂ ਸਤਿਗੁਰੂ ਜੀ ਬਿਨਾਂ ਕਿਸੇ ਨੂੰ ਮਿਲਿਆ, ਬਿਨਾਂ ਕਿਸੇ ਨੂੰ ਦੱਸਿਆ ਆਪਣੇ ਆਸਣ ਤੋਂ ਉੱਠ ਕੇ ਪੈਰਾਂ 'ਚ ਜੋੜਾ ਤੱਕ ਨਹੀਂ ਪਾਇਆ, ਨੰਗੇ ਪੈਰੀ ਮਹਾਰਾਜ ਜੀ ਆਪਣੇ ਮਹਿਲਾਂ 'ਚੋਂ ਗਏ ਹਨ। ਉਹ ਜਾਣੇ ਗਮਨੇ ਕਿਸ ਧਿਰ ਤੇ। ਇਹ ਨਹੀਂ ਪਤਾ ਵੀ ਗਏ ਕਿਸ ਪਾਸੇ ਨੂੰ ਨੇ। ਇੰਨਾ ਪਤਾ ਵੀ ਅੱਧੀ ਕੁ ਰਾਤ ਦੇ ਸਮੇਂ ਗਏ ਨੇ, ਪਰ ਕਿਹੜੇ ਪਾਸੇ ਗਏ ਨੇ, ਕਿਸ ਦਿਸ਼ਾ ਨੂੰ ਗਏ ਨੇ,
ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ। ਪੀਛੇ ਦਾਤੂ ਸਭ ਕਿਛ ਲੀਨ। ਜਦੋਂ ਗੁਰੂ ਜੀ ਚਲੇ ਗਏ ਤੇ ਪਿੱਛੋਂ ਬਾਬੇ ਦਾਤੂ ਨੇ ਅਗਲੇ ਦਿਨ ਜਿੰਨਾ ਗੁਰੂ ਘਰ ਦਾ ਰਾਜ ਸਾਜ ਸੀ, ਗੁਰੂ ਘਰ ਵਿੱਚ ਜਿੰਨੇ ਸਮਾਨ ਪਦਾਰਥ ਸਨ, ਆਪਣੇ ਸਦਨ ਪਿਆਨੋ ਕੀਨ। ਉਹ ਸਭ ਕੁਝ ਲੈ ਕੇ ਆਪਣੇ ਗੱਡਿਆਂ ਤੇ ਲੱਦ ਕੇ ਨਗਰ ਖਡੂਰ ਸਾਹਿਬ ਨੂੰ ਚਲੇ ਗਏ। ਇੱਕ ਬੜਵਾ ਤਿੰਨ ਤਿਆਗਨ ਕਰੀ। ਉਹਨਾਂ ਨੇ ਗੁਰੂ ਘਰ ਵਿੱਚ ਕੁਝ ਨਹੀਂ ਛੱਡਿਆ, ਬਸ ਇੱਕ ਘੋੜੀ ਛੱਡ ਗਏ ਨੇ, ਜਿਹੜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸਵਾਰੀ ਦੀ ਹੈ। ਜਿਹੜੀ ਘੋੜੀ ਤੇ ਮਹਾਰਾਜ ਤੀਸਰੇ ਪਾਤਸ਼ਾਹ ਸਵਾਰ ਹੁੰਦੇ ਨੇ, ਬਸ ਉਹ ਘੋੜੀ ਛੱਡ ਗਏ ਨੇ, ਬਾਕੀ ਸਭ ਕੁਝ ਲੈ ਗਏ ਨੇ, ਕੁਝ ਨਹੀਂ ਛੱਡਿਆ ਗੁਰੂ ਘਰ ਵਿੱਚ। ਗੁਰ ਕੀ ਪ੍ਰਿਯ ਅਤ ਸੋ ਘਰ ਖਰੀ। ਉਹ ਘੋੜੀ ਗੁਰੂ ਸਾਹਿਬ ਜੀ ਦੀ ਪਿਆਰੀ ਘੋੜੀ ਹੈ, ਮਹਾਰਾਜ ਜੀ ਉਹਦੇ ਨਾਲ ਸਨੇਹ ਕਰਦੇ, ਤੇ ਉਹ ਇਸ ਵੇਲੇ ਮਹਾਰਾਜ ਜੀ ਦੇ ਮਹਿਲਾਂ 'ਚ ਖੜੀ ਹੈ। ਬਾਕੀ ਨਾ ਉਹਨੇ ਗੁਰੂ ਘਰ 'ਚ ਕੋਈ ਬਸਤਰ ਛੱਡਿਆ, ਨਾ ਕੋਈ ਭਾਂਡਾ ਛੱਡਿਆ, ਨਾ ਕੋਈ ਹੋਰ ਪਦਾਰਥ ਛੱਡਿਆ, ਉਹ ਸਭ ਕੁਝ ਲੈ ਗਏ ਨੇ। ਇਸ ਕੋ ਦਾਤੂ ਲੇਵਨ ਲਗਿਓ। ਐਸਾ ਨਹੀਂ ਵੀ ਉਹ ਘੋੜੀ ਨਹੀਂ ਸੀ ਲੈ ਕੇ ਜਾਣਾ ਚਾਹੁੰਦੇ, ਉਹਨਾਂ ਨੇ ਘੋੜੀ ਤੇ ਵੀ ਕਾਠੀ ਪਾ ਲਈ ਸੀ। ਇਹਨੂੰ ਵੀ ਲਿਜਾਣ ਵਾਸਤੇ ਬਾਬੇ ਦਾਤੂ ਨੇ ਆਪਣਾ ਪੂਰਾ ਜ਼ੋਰ ਲਾਇਆ। ਚੜਨ ਨਾ ਦਿਓ ਪ੍ਰਿਥੀ ਪਰ ਡਿਗਿਓ। ਬਾਬਾ ਦਾਤੂ ਇਸ ਘੋੜੀ ਤੇ ਚੜਨ ਲੱਗਾ, ਪਰ ਘੋੜੀ ਨੇ ਇਹੋ ਜੀ ਛਾਲ ਮਾਰੀ ਵੀ ਵਗਾ ਕੇ ਦਾਤੂ ਨੂੰ ਜ਼ਮੀਨ ਤੇ ਸੁੱਟ ਦਿੱਤਾ। ਉਹ ਘੋੜੀ ਨੇ ਬਾਬੇ ਦਾਤੂ ਨੂੰ ਆਪਣੇ ਤੇ ਸਵਾਰੀ ਨਹੀਂ ਕਰਨ ਦਿੱਤੀ। ਇਉਂ ਜਾਪਦਾ ਸੀ ਜਿਵੇਂ ਉਹ ਰੋਸ ਵਿੱਚ ਹੋਵੇ ਬਾਬੇ ਦਾਤੂ ਤੇ, ਕਿ ਮੈਂ ਤਾਂ ਸਿਰਜੀ ਹੀ ਗੁਰੂ ਅਮਰਦਾਸ ਜੀ ਦੀ ਸਵਾਰੀ ਵਾਸਤੇ ਆ, ਤੂੰ ਕੌਣ ਹੁੰਦਾ ਮੇਰੇ ਤੇ ਸਵਾਰ ਹੋਣ ਵਾਲਾ। ਉਹਨੇ ਆਪਣੀਆਂ ਲੱਤਾਂ ਉਤਾਂਹ ਚੱਕ ਕੇ ਜ਼ਮੀਨ ਦੇ ਉੱਤੇ ਬਾਬੇ ਦਾਤੂ ਨੂੰ ਸੁੱਟ ਦਿੱਤਾ, ਆਪਣੇ ਤੇ ਸਵਾਰੀ ਨਹੀਂ ਕਰਨ ਦਿੱਤੀ। ਲਈ ਸੋ ਚਲੋ ਯਤਨ ਕਰ ਰਿਓ। ਉਹ ਟਿਕਦਾ ਵੀ ਰਿਹਾ ਵੀ ਤੋੜ ਕੇ ਹੀ ਲੈ ਜਾਵਾਂ, ਪਰ ਉਹ ਨੇੜੇ ਨਹੀਂ ਲੱਗਣ ਦਿੱਤਾ ਉਹਨੇ ਕਿਸੇ ਨੂੰ, ਨਾ ਬਾਬੇ ਦਾਤੂ ਨੂੰ, ਨਾ ਬਾਬੇ ਦਾਤੂ ਦੇ ਕਿਸੇ ਨੌਕਰ ਨੂੰ। ਮੈਂ ਅਰੂੜ ਕਰ ਆਸਨ ਲਿਓ। 2-4 ਵਾਰੀ ਯਤਨ ਕੀਤਾ ਉਹਦੇ ਤੇ ਸਵਾਰ ਹੋਣ ਦਾ, ਪਰ ਉਹਨੇ ਕਿਸੇ ਨੂੰ ਆਪਣੇ ਤੇ ਸਵਾਰ ਨਹੀਂ ਹੋਣ ਦਿੱਤਾ। ਚਪਲ ਤੁਰੰਗਨ ਸਤਿਗੁਰ ਪਿਆਰੀ। ਉਹ ਘੋੜੀ ਬੜੀ ਚੰਚਲ ਹੈ, ਬਲਵਾਨ ਹੈ, ਤੇ ਗੁਰੂ ਸਾਹਿਬ ਜੀ ਦੀ ਪਿਆਰੀ ਘੋੜੀ ਹੈ। ਰਹੀ ਆਪ ਦੀਏ ਨਹਿ ਅਸਵਾਰੀ। ਉਹ ਰਹਿ ਗਈ ਆਪਣੇ ਜ਼ੋਰ ਨਾਲ ਹੀ ਰਹੀ ਆ, ਨਹੀਂ ਤਾਂ ਬਾਬਾ ਦਾਤੂ ਉਹਨੂੰ ਵੀ ਲਿਜਾਣਾ ਚਾਹੁੰਦਾ ਸੀ। ਉਹ ਘੋੜੀ ਕੱਲੀ ਮਹਾਰਾਜ ਜੀ ਦੀ ਸਵਾਰੀ ਦੀ ਇੱਥੇ ਹੈ। ਜਾਂ ਤੇ ਗਿਓ ਤਿਆਗ ਕਰ ਸੋ। ਹੁਣ ਜ਼ਿਆਦਾ ਚੰਚਲ ਹੋਣ ਕਰਕੇ, ਅਬੈੜੀ ਹੋਣ ਕਰਕੇ ਉਹ ਲਿਜਾ ਨਹੀਂ ਸਕਿਆ। ਅਪਰ ਸੰਭਾਰ ਲਿਓ ਕਰ ਸੋ। ਬਾਕੀ ਸਾਰਾ ਘਰ ਉਹਨੇ ਸੰਭਾਲ ਲਿਆ, ਜੋ ਵਸਤੂਆਂ ਸੀ ਇਕੱਠੀਆਂ ਕਰ ਲਈਆਂ। ਦੋਹਰਾ ਸੁਨੀ ਤੁਰੰਗਨ ਬਾਰਤਾ, ਬੁੱਢੇ ਬੋ ਸੁਖ ਪਾਏ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਘੋੜੀ ਬਾਰੇ ਸੁਣਿਆ ਤੇ ਮਨ ਨੂੰ ਬੜੀ ਖੁਸ਼ੀ ਹੋਈ। ਚਲੋ ਰਸਤਾ ਲੱਭ ਗਿਆ। ਜਦੋਂ ਪਤਾ ਲੱਗਾ ਵੀ ਉਹ ਘੋੜੀ ਰਹਿ ਗਈ ਹੈ ਇੱਥੇ, ਉਹਨੇ ਨਹੀਂ ਬਾਬੇ ਦਾਤੂ ਨੂੰ ਆਪਣੇ ਤੇ ਸਵਾਰ ਹੋਣ ਦਿੱਤਾ, ਤਾਂ ਉਸ ਵਕਤ ਮਨ ਨੂੰ ਤਸੱਲੀ ਵੀ ਹੋਈ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਮਨ ਖੁਸ਼ ਵੀ ਹੋਇਆ। ਇਹ ਅਸਵਾਰੀ ਗੁਰੂ ਕੀ ਅਜ਼ਮਤ ਜੁਤ ਦਰਸਾਏ। ਬਾਬਾ ਬੁੱਢਾ ਸਾਹਿਬ ਜੀ ਬੋਲੇ, ਕਹਿਣ ਲੱਗੇ, ਸੰਗਤ ਜੀ, ਇਹ ਘੋੜੀ ਜਿਹੜੀ ਸਤਿਗੁਰਾਂ ਦੀ ਅਸਵਾਰੀ ਦੀ ਹੈ, ਇਹਦੇ ਵਿੱਚ ਵੀ ਅਜ਼ਮਤ ਹੈ, ਕਰਾਮਾਤ ਹੈ, ਇਹਦੇ 'ਚ ਵੀ ਸ਼ਕਤੀ ਹੈ। ਜਿਹਨੂੰ ਸਤਿਗੁਰਾਂ ਦੀ ਛੂਹ ਪ੍ਰਾਪਤ ਹੋਵੇ, ਜਿਹਦੇ ਤੇ ਸਤਿਗੁਰੂ ਜੀ ਸਵਾਰ ਹੋ ਕੇ ਸਿਰ ਤੇ ਹੱਥ ਰੱਖ ਕੇ ਹੱਥ ਫੇਰਦੇ ਹੋਣ, ਉਹਨੇ ਆਪੇ ਹੀ ਅਜ਼ਮਤਵਾਨ ਹੋਣਾ ਸੀ। ਇਹਦੀ ਵੀ ਕਈ ਜਨਮਾਂ ਦੀ ਬੰਦਗੀ ਤੇ ਤਪ ਹੋਵੇਗਾ ਕਿ ਜੋ ਇਹਨੂੰ ਸਤਿਗੁਰਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਮਹਾਰਾਜ ਜੀ ਦੀ ਸਵਾਰੀ ਬਣੀ। ਤੋ ਉਸ ਵਕਤ ਬਾਬਾ ਜੀ ਕਹਿਣ ਲੱਗੇ ਵੀ ਇਹ ਘੋੜੀ ਵੀ ਅਜ਼ਮਤਵਾਨ ਨਜ਼ਰ ਆਉਂਦੀ ਹੈ। ਜੋ ਪਈ ਗੁਰ ਬਿਨ ਨਹੀਂ ਅਰੂੜਨ ਦੇਤ। ਗੁਰੂ ਪਾਤਸ਼ਾਹ ਤੋਂ ਬਿਨਾ ਇਹ ਘੋੜੀ ਕਿਸੇ ਨੂੰ ਆਪਣੇ ਤੇ ਸਵਾਰ ਨਹੀਂ ਹੋਣ ਦਿੰਦੀ। ਅਜ਼ਮਤਵਾਨ ਹੈ ਤਦੇ ਨਹੀਂ ਨਾ ਹੋਣ ਦਿੱਤਾ। ਬਾਬੇ ਦਾਤੂ ਨੇ ਯਤਨ ਕੀਤਾ, ਪਰ ਉਹਨਾਂ ਨੂੰ ਜ਼ਮੀਨ ਤੇ ਸੁੱਟ ਦਿੱਤਾ ਇਹਨੇ। ਇਹ ਅਜ਼ਮਤਵਾਨ ਘੋੜੀ ਹੈ,
ਜਿਹੜੀ ਸਤਿਗੁਰਾਂ ਤੋਂ ਬਿਨਾਂ ਆਪਣੇ ਤੇ ਕਿਸੇ ਨੂੰ ਬੈਠਣ ਨਹੀਂ ਦਿੰਦੀ। ਜਾਂ ਤੇ ਸੋ ਤਜ ਗਿਓ ਨਿਕੇਤ। ਇਸੇ ਕਰਕੇ ਬਾਬਾ ਦਾਤੂ ਜੀ ਇਹਨੂੰ ਇੱਥੇ ਹੀ ਘਰ ਵਿੱਚ ਛੱਡ ਗਏ ਨੇ, ਨਾਲ ਨਹੀਂ ਲਿਜਾ ਸਕੇ। ਅਬ ਇਸ ਕੋ ਕੀਜੇ ਸ਼ਿੰਗਾਰ। ਏਦਾਂ ਕਰੋ ਸਿੱਖੋ, ਹੁਣ ਇਸ ਘੋੜੀ ਨੂੰ ਸ਼ਿੰਗਾਰੋ। ਸੋਹਣੀ ਕਾਠੀ ਪਾਓ, ਤਾਰੂ ਪਾਓ, ਦੁਸ਼ਾਲਾ ਪਾਓ, ਲਗਾਮ ਪਾਓ, ਚੰਗੀ ਤਰ੍ਹਾਂ ਇਹਨੂੰ ਸ਼ਿੰਗਾਰੋ। ਪ੍ਰਥਮ ਇਸ਼ਨਾਨੋ ਸੁੰਦਰ ਬਾਰ। ਹਾਂ, ਸ਼ਿੰਗਾਰਨ ਤੋਂ ਪਹਿਲਾਂ ਇਹਦਾ ਇਸ਼ਨਾਨ ਕਰਾਓ, ਪਹਿਲਾਂ ਸਾਫ਼ ਜਲ ਨਾਲ। ਘੋੜੀ ਦਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਪਹਿਲਾਂ ਚੰਗੀ ਤਰ੍ਹਾਂ ਇਸ਼ਨਾਨ ਕਰਾਓ। ਧੂਪ ਦੀਪ ਚੰਦਨ ਚਰਚਾਵੋ। ਫਿਰ ਇਹਦੇ ਤੇ ਸੁਗੰਧੀਦਾਰ ਵਸਤੂਆਂ ਦਾ ਛਿੜਕਾਵ ਕਰੋ, ਕਿਉਂਕਿ ਇਹ ਗੁਰੂ ਸਾਹਿਬ ਜੀ ਦੀ ਸਵਾਰੀ ਹੈ। ਮਹਾਰਾਜ ਜੀ ਨੇ ਇਹਦੇ ਤੇ ਸਵਾਰ ਹੋਣਾ। ਇਹਦੇ ਤੇ ਚੰਦਨ ਦਾ ਛਿੜਕਾਵ ਕਰੋ, ਧੂਪ ਆਦਿਕ ਦਾ ਤੁਖਾਣਾ ਕਰੋ। ਖਾਲਸਾ ਜੀ, ਹੁਣ ਵੀ ਜਿਹੜੇ ਮਹਾਰਾਜ ਜੀ ਦੀ ਸਵਾਰੀ ਦੇ ਘੋੜੇ ਹੁੰਦੇ ਆ, ਉਹਨਾਂ ਨੂੰ ਬੜੇ ਸੋਹਣੇ ਢੰਗ ਨਾਲ ਸ਼ਿੰਗਾਰਿਆ ਜਾਂਦਾ। ਤੁਸੀਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਦੇ ਹੋ, ਉੱਥੇ ਮਹਾਰਾਜ ਜੀ ਦੀ ਸਵਾਰੀ ਦੇ ਘੋੜੇ ਹਨ। ਤੇ ਜਦੋਂ ਹੁਣ ਦੁਸਹਿਰਾ ਆਉਣਾ, ਮਹੱਲਾ ਨਿਕਲਦਾ ਹੈ, ਘੋੜਾ ਸ਼ਿੰਗਾਰਿਆ ਜਾਂਦਾ, ਉਹਦੇ ਤੇ ਸੋਨੇ ਦੇ ਕਿਤਨੇ ਗਹਿਣੇ ਤੁਸੀਂ ਦਰਸ਼ਨ ਕੀਤੇ ਹੋਣੇ ਹਨ। ਅਕਸਰ ਨੈਟ ਦੇ ਉੱਤੇ ਵੀ ਪਾਈਆਂ ਜਾਂਦੀਆਂ ਫੋਟੋਆਂ। ਕਈ ਹਜ਼ਾਰਾਂ ਰੁਪਏ ਦਾ ਤਾਂ ਲੱਖਾਂ ਰੁਪਏ ਦਾ ਸ਼ਿੰਗਾਰ ਹੀ ਉਹ ਘੋੜੇ ਤੇ ਵੀ, ਗੁਰੂ ਸਾਹਿਬ ਦੀ ਸਵਾਰੀ ਦਾ ਘੋੜਾ ਸ਼ਿੰਗਾਰਿਆ ਜਾਂਦਾ। ਦਲਾਂ ਪੰਥਾਂ ਵਿੱਚ, ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਵਿੱਚ ਜਿਹੜੀਆਂ ਨਿਹੰਗ ਸਿੰਘ ਘੋੜਿਆਂ ਸਮੇਤ ਵਹੀਰ ਵਿਚਰਦੇ ਨੇ, ਉਹਨਾਂ ਵਿੱਚ ਬਕਾਇਦਾ ਇੱਕ ਗੁਰੂ ਸਾਹਿਬ ਦੀ ਸਵਾਰੀ ਦਾ ਘੋੜਾ ਰੱਖਿਆ ਜਾਂਦਾ। ਹੁਣ ਵੀ ਮਰਜ਼ਾਦਾ, ਉਹਦੇ ਤੇ ਕੋਈ ਸਿੰਘ ਸਵਾਰ ਨਹੀਂ ਹੁੰਦਾ, ਉਹਦੇ ਅੱਗੇ ਅੱਗੇ ਸਿੰਘ ਲਗਾਮ ਫੜ ਕੇ ਦੌੜਦਾ, ਉਹਦੇ ਤੇ ਸਵਾਰ ਨਹੀਂ ਹੁੰਦੇ। ਭਾਵਨਾ ਕਿ ਇਹਦੇ ਤੇ ਗੁਰੂ ਸਾਹਿਬ ਜੀ ਦੀ ਸਵਾਰੀ ਹੈ, ਮਹਾਰਾਜ ਜੀ ਇਹਦੇ ਤੇ ਸਵਾਰ ਹੁੰਦੇ। ਤੋ ਇਹ ਮਰਿਆਦਾ ਹੈ ਹੁਣ ਵੀ ਸੰਪਰਦਾਵਾਂ 'ਚ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਜਿਹੜੀ ਘੋੜੀ ਆ ਉਹਨੂੰ ਪਹਿਲਾਂ ਇਸ਼ਨਾਨ ਪਾਨ ਕਰਾਓ, ਫਿਰ ਉਹਦੇ ਤੇ ਚੰਦਨ ਦਾ ਜਾਂ ਹੋਰ ਜਿਹੜੀਆਂ ਸੁਗੰਧੀ ਵਾਲੀਆਂ ਵਸਤੂਆਂ ਨੇ ਉਹਦਾ ਛਿੜਕਾਵ ਕਰੋ। ਫੂਲ ਵਿਸਾਲ ਮਾਲ ਪਹਿਰਾਵੋ। ਉਹਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਵੋ, ਗੁਰੂ ਸਾਹਿਬ ਦੀ ਸਵਾਰੀ ਹੈ। ਪਾਏ ਬਸਤਨੀ ਸੁੰਦਰ ਜ਼ੀਨ। ਔਰ ਸੋਹਣੀ ਬਸਤਨੀ ਉੱਤੇ ਪਾਓ, ਸੋਹਣੀ ਕਾਠੀ ਪਾ ਕੇ ਸ਼ਿੰਗਾਰੋ। ਕਵਿਕਾ ਦਿਓ ਮੁਹਾਰ ਨਵੀਨ। ਕਵਕਾ ਕਹਿੰਦੇ ਨੇ ਕੰਡਿਆਲੇ ਨੂੰ, ਜਿਹਨੂੰ ਆਪਾਂ ਲਗਾਮ ਵੀ ਕਹਿ ਦਿੰਦੇ ਆ। ਮੂੰਹ ਵਿੱਚ ਉਹਦੇ ਸੁੰਦਰ ਕਵਕਾ ਲਗਾਮ ਪਾ ਕੇ ਸੰਗਤ ਕਰੇ ਬੇਨਤੀ ਸਾਰੀ। ਫਿਰ ਸਾਰੀ ਸੰਗਤ ਬੇਨਤੀ ਕਰੋ ਖਲੋ ਕੇ। ਜਦੋਂ ਘੋੜੀ ਨੂੰ ਸ਼ਿੰਗਾਰ ਦੇਣਾ, ਫਿਰ ਹੱਥ ਜੋੜ ਕੇ ਸਾਰੀ ਸੰਗਤ ਬੇਨਤੀ ਕਰੋ ਤੇ ਆਖੋ, ਛੋੜ ਦਿਓ ਇਹ ਚਲੇ ਅਗਾਰੀ। ਕਿ ਸਾਨੂੰ ਉੱਥੇ ਲੈ ਚੱਲ ਜਿੱਥੇ ਤੇਰੇ ਮਾਲਕ ਤੇ ਸਾਡੇ ਮਾਲਕ ਬਿਰਾਜਮਾਨ ਨੇ। ਕਹਿੰਦੇ ਇਹ ਬੇਨਤੀ ਕਰੋ, ਫਿਰ ਉਹਨੂੰ ਛੱਡ ਦਿਓ, ਉਹ ਘੋੜੀ ਨੂੰ। ਹਾਂਜੀ, ਸੰਗ ਸੰਗਤਾਂ ਗਮਨੇ ਪਾਛੇ। ਜਿੱਧਰ ਉਹ ਜਾਵੇ ਸਾਰੀ ਸੰਗਤ ਉਹਦੇ ਪਿੱਛੇ ਪਿੱਛੇ ਚੱਲ ਪਵੇ। ਕਹਿੰਦੇ ਉਹਨੂੰ ਖੁੱਲਾ ਛੱਡ ਦਿਓ, ਕਿਸੇ ਨੇ ਉਹਦੀ ਲਗਾਮ ਨਹੀਂ ਫੜਨੀ। ਜਿੱਧਰ ਜਾਵੇ ਉਹਦੇ ਪਿੱਛੇ ਪਿੱਛੇ ਸਾਰੀ ਸੰਗਤ ਚੱਲ ਪਵੇ। ਗੁਰ ਕੋ ਖੋਜ ਲਏ ਏਉ ਆਛੇ। ਔਰ ਉਹ ਘੋੜੀ ਆਪੇ ਜਾਏਗੀ, ਸਤਿਗੁਰਾਂ ਦੀ ਭਾਲ ਉਹਨੇ ਕਰ ਲੈਣੀ ਆ, ਆਪਾਂ ਨੂੰ ਆਪੇ ਹੀ ਦਰਸ਼ਨ ਹੋ ਜਾਣੇ। ਹਾਲਾਂਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਪਤਾ ਤਾਂ ਲੱਗ ਗਿਆ ਸੀ, ਪਰ ਉਹਨਾਂ ਨੇ ਆਪਣੀ ਖੇਡ ਨੂੰ ਗੁਪਤ ਰੱਖਿਆ, ਆਪਣੇ ਆਪ ਨੂੰ ਛੁਪਾ ਕੇ ਰੱਖਿਆ। ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਟੁਰ ਜਾਣ ਦੀ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ ਇਸ ਖੇਡ ਵਿੱਚ ਸਨ। ਕਹਿੰਦੇ ਜਿੱਥੇ ਉਹ ਜਾਏਗੀ ਉਹ ਆਪੇ ਭਾਲੇਗੀ, ਲੱਭੇਗੀ ਸਤਿਗੁਰਾਂ ਨੂੰ। ਬ੍ਰਿਧ ਕੋ ਬਾਕ ਮਾਨ ਸਭ ਲੀਨਾ। ਸਾਰੀ ਸੰਗਤ ਨੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਸਤ ਕਰਕੇ ਮੰਨਿਆ। ਕਿਸੇ ਨੇ ਤਰਕ ਨਹੀਂ ਕੀਤਾ, ਜੀ ਉਹ ਘੋੜੀ ਨੂੰ ਕੀ ਪਤਾ ਲੱਗਣਾ, ਉਹ ਤਾਂ ਜਾਨਵਰ ਹੈ। ਅੱਜ ਦੇ ਸਿੱਖ ਹੁੰਦੇ ਨਾ ਜਿਹੜੇ ਬਹੁਤੇ ਤਰਕ ਵਾਲੇ, ਸ਼ਾਇਦ ਇਸੇ ਤਰਕ 'ਚ ਹੀ ਬਹਿ ਰਹਿੰਦੇ। ਕਿਸੇ ਨੇ ਤਰਕ ਨਹੀਂ ਕੀਤਾ, ਸਭ ਨੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਸਤ ਬਚਨ ਕਹਿ ਕੇ ਬਚਨ ਮੰਨਿਆ। ਸਭ ਸ਼ਿੰਗਾਰ ਸ਼ਿੰਗਾਰਨ ਕੀਨਾ। ਘੋੜੀ ਨੂੰ ਇਸ਼ਨਾਨ ਪਾਨ ਕਰਵਾ ਕੇ
ਉਹਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ। ਹੌਲੇ ਪੈਰ ਜ਼ਮੀਨ ਤੇ ਸਹਿਜੇ ਸਹਿਜੇ ਧਰਦੀ ਜਾ ਰਹੀ ਹੈ। ਪੀਛੇ ਸਗਰੀ ਸੰਗਤ ਜਾਏ, ਪਿੱਛੇ ਪਿੱਛੇ ਸਾਰੀ ਸੰਗਤ ਨਾਲ ਨਾਲ ਭਜਨ ਕਰਦਿਆਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਜਾਪ ਜਪਦਿਆਂ ਵਾਹਿਗੁਰੂ 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 ਸਾਰੀ ਸੰਗਤ ਪਿੱਛੇ ਪਿੱਛੇ ਜਾ ਰਹੀ ਹੈ। ਬੁੱਢੇ ਆਦਿਕ ਸਿੱਖ ਸਮੁਦਾਏ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਬੱਲੂ ਜੀ ਵਰਗੇ ਸਾਰੇ ਗੁਰਸਿੱਖ ਉਹ ਪਿੱਛੇ ਪਿੱਛੇ ਨਾਲ ਨਾਲ ਜਾ ਰਹੇ ਨੇ। ਅਵਲੋਕਤ ਬੜਵਾ ਬਿਸਮਾਏ, ਨਾਲੇ ਉਸ ਘੋੜੀ ਨੂੰ ਵੇਖ ਕੇ ਸਭ ਹੈਰਾਨ ਹੋ ਰਹੇ ਨੇ ਵੀ ਇਹ ਕਿੱਧਰ ਜਾ ਰਹੀ ਹੈ। ਹੈਰਾਨੀ ਵੀ ਆ ਸਭ ਦੇ ਮਨ ਵਿੱਚ, ਅਸਚਰਜ ਵੀ ਨੇ ਵੀ ਘੋੜੀ ਚੱਲ ਵੀ ਬੜੀ ਸੋਹਣੀ ਚਾਲ ਰਹੀ ਹੈ। ਕਿਤੇ ਹਰੇਖਾ ਉੱਚੋ ਕਰੇ, ਉਹ ਘੋੜੀ ਜਦੋਂ ਚੱਲਦੀ ਹੈ ਤੇ ਚਲਦਿਆਂ ਚਲਦਿਆਂ ਕਿਤੇ ਕਿਤੇ ਉੱਚੀ ਉੱਚੀ ਹਿਣਕਦੀ ਹੈ। ਹਰੇਖਾ ਜਿਵੇਂ ਹਿਣਕਦੇ ਨੇ ਜਾਨਵਰ, ਕਹਿੰਦੇ ਉਸੇ ਤਰ੍ਹਾਂ ਉਹ ਘੋੜੀ ਉੱਚੀ ਆਵਾਜ਼ ਵਿੱਚ ਕਿਤੇ ਕਿਤੇ ਹਿਣਕਦੀ ਹੈ। ਕਿਤ ਚੰਚਲਤਾ ਜੁਤ ਪਗ ਧਰੇ, ਕਿਤੇ ਕਿਤੇ ਖਲੋ ਜਾਂਦੀ ਤੇ ਜ਼ਮੀਨ ਤੇ ਪੈਰ ਮਾਰਦੀ ਹੈ। ਮਾਨੋ ਜਿਵੇਂ ਸੰਗਤ ਨੂੰ ਧੀਰਜ ਦਿੰਦੀ ਹੋਵੇ, ਸੰਗਤ ਜੀ ਮੈਂ ਸਤਿਗੁਰਾਂ ਦੇ ਕੋਲ ਤੁਹਾਨੂੰ ਲੈ ਚੱਲੀ ਹਾਂ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਣਗੇ, ਹੌਸਲਾ ਦੇ ਰਹੀ ਹੋਵੇ। ਕਿਉਂ ਜਾਪਦਾ ਜਿਵੇਂ ਕਬੀਰ ਜੀ ਮਹਾਰਾਜ ਜੀ ਦਾ ਸ਼ਬਦ ਹੈ ਨਾ, ਕਿ ਆਪਣੇ ਮਨ ਨੂੰ ਤੁਰੰਗ ਕਿਹਾ, ਹੇ ਮੇਰੇ ਮਨ ਰੂਪੀ ਘੋੜੇ ਚੱਲ ਤੈਨੂੰ ਸੱਚਖੰਡ ਲੈ ਚੱਲਾਂ। ਕਹਿੰਦੇ ਮਾਨੋ ਇਹ ਘੋੜੀ ਨਹੀਂ ਹੈ, ਕਿਸੇ ਗੁਰਸਿੱਖ ਦਾ ਸ਼ੁੱਧ ਮਨ ਹੈ ਜੋ ਗੁਰੂ ਸਾਹਿਬ ਜੀ ਤੱਕ ਗਮਤਾ ਕਰਕੇ ਸੰਗਤ ਨੂੰ ਲੈ ਕੇ ਜਾ ਰਿਹਾ। ਹਾਂਜੀ, ਕਿਤਕ ਦੂਰ ਤੇ ਕੋਸ਼ਠ ਦੇਖਾ, ਚੱਲ ਰੇ ਬੈਕੁੰਠ ਤੁਜੈ ਲੈ ਧਾਵੋ, ਹਿਚੈ ਤਾਂ ਪ੍ਰੇਮ ਕੇ ਚਾਬਕ ਮਾਰੋ। ਕਹਿੰਦੇ ਉਹ ਘੋੜੀ ਚੱਲਦੀ ਹੈ, ਸੰਗਤ ਪਿੱਛੇ ਪਿੱਛੇ ਜਾ ਰਹੀ ਹੈ। ਥਿਤ ਹੋਏ ਊਚੋ ਕੀਨ ਹਰੇਖਾ, ਕਹਿੰਦੇ ਦੂਰੋਂ ਕੋਠਾ ਦਿਸ ਗਿਆ, ਉਹੀ ਗਵਾਲੇ ਦਾ ਜਿਹਦੇ ਚ ਸਾਹਿਬ ਜੀ ਬਿਰਾਜੇ ਹੋਏ ਨੇ। ਦੂਰੋਂ ਦਿਸ ਗਿਆ ਘੋੜੀ ਨੂੰ, ਉੱਥੇ ਇੱਕ ਵਾਰੀ ਖਲੋ ਗਈ ਤੇ ਉਸ ਕੋਠੇ ਨੂੰ ਵੇਖ ਕੇ ਉੱਚਾ ਜਿਹਾ ਹਿਣਕੀ। ਬੋਰ ਅਗਾਰੀ ਕੀਨ ਪਿਆਨਾ, ਫੇਰ ਅੱਗੇ ਨੂੰ ਕਦਮ ਪੁੱਟ ਕੇ ਚੱਲ ਪਈ। ਗਈ ਤਾਂ ਕੋਸ਼ਠ ਜਿਸ ਥਾਨਾ, ਉੱਥੇ ਨੇੜੇ ਚੱਲ ਕੇ ਆ ਗਈ ਜਿੱਥੇ ਉਹ ਗਵਾਲੇ ਦਾ ਕੋਠਾ ਹੈ। ਦੂਰ ਦੂਰ ਫਿਰ ਚੌਂ ਦਿਸ਼ ਤਾਈ, ਪਹਿਲਾਂ ਉਸ ਕੋਠੇ ਦੇ ਆਲੇ ਦੁਆਲੇ ਚਾਰੇ ਪਾਸੇ ਫਿਰਦੀ ਆ ਦੂਰੋਂ ਦੂਰੋਂ। ਪਿੱਛੇ ਪਿੱਛੇ ਸੰਗਤ ਵੀ ਫਿਰੀ ਜਾਂਦੀ ਵੀ ਇੱਥੇ ਕਿਉਂ ਫਿਰਦੀ ਆ ਘੋੜੀ ਵੀ, ਇੱਥੇ ਤਾਂ ਇੱਕ ਕੋਠਾ ਹੈ, ਚਾਰੇ ਪਾਸੋਂ ਦਰਵਾਜ਼ਾ ਵੀ ਕੋਈ ਨਹੀਂ ਕੋਠੇ ਦਾ ਕੋਈ ਨਜ਼ਰ ਆਉਂਦਾ, ਬੰਦ ਹੈ। ਉਹ ਦੂਰੋਂ ਦੂਰੋਂ ਹੀ ਨਾ ਕੋਠੇ ਦੇ ਆਲੇ ਦੁਆਲੇ ਫਿਰੀ ਜਾਂਦੀ ਆ, ਜਿਵੇਂ ਮਾਨੋ ਪਰਕਰਮਾ ਕਰ ਰਹੀ ਹੋਵੇ। ਪੁਨ ਦਰ ਦਿਸ਼ ਗਮਨੀ ਹੋਏ ਪਾਈ, ਚਾਰੇ ਪਾਸੇ ਪਰਕਰਮਾ ਕਰਕੇ ਨਾ ਕੋਠੇ ਦੇ ਜਿੱਧਰਲੇ ਬੰਨੇ ਦਰਵਾਜ਼ਾ ਮਹਾਰਾਜ ਜੀ ਨੇ ਚਿਣਵਾ ਦਿੱਤਾ ਸੀ, ਬੰਦ ਕੀਤਾ ਹੋਇਆ ਸੀ, ਉਹ ਦਰਵਾਜ਼ੇ ਵਾਲੇ ਪਾਸੇ ਆਣ ਕੇ ਉਹ ਘੋੜੀ ਖਲੋ ਗਈ। ਤਹਾਂ ਪਹੁੰਚ ਕਰ ਸੀਸ ਝੁਕਾਵਾ, ਜਦੋਂ ਦਰਵਾਜ਼ੇ ਵਾਲੇ ਬੰਨੇ ਆਈ ਤੇ ਉਸ ਪਾਸੇ ਆ ਕੇ ਘੋੜੀ ਨੇ ਥੱਲੇ ਜ਼ਮੀਨ ਵਾਲੇ ਪਾਸੇ ਸੀਸ ਕਰਕੇ ਮੱਥਾ ਟੇਕਿਆ। ਸੀਸ ਝੁਕਾ ਕੇ ਆਪਣੀ ਅਗਲੀਆਂ ਲੱਤਾਂ ਝੁਕਾ ਕੇ ਸੀਸ ਨੀਵਾਂ ਕਰਕੇ ਉਸ ਕੋਠੇ ਨੂੰ ਨਮਸਕਾਰ ਕੀਤੀ। ਪੁਨ ਊਚੇ
ਇਹ ਨਾਟ ਸੁਨਾਵਾ। ਫਿਰ ਉੱਚਾ ਸਿਰ ਕਰਕੇ ਤੇ ਹਿਣਕਣ ਲੱਗ ਪਈ, ਮਾਨੋ ਦੱਸਦੀ ਹੋਵੇ ਸੰਗਤ ਨੂੰ ਵੀ ਸਤਿਗੁਰੂ ਜੀ ਇੱਥੇ ਹਨ। ਹਾਂਜੀ, ਸੰਗਤ ਦੇਖ ਦੇਖ ਬਿਸਮਾਵੇ। ਸੰਗਤ ਵੇਖ ਵੇਖ ਕੇ ਹੈਰਾਨ ਹੋਈ ਜਾਵੇ ਵੀ ਇਹ ਹੋ ਕੀ ਰਿਹਾ, ਇਹ ਕਰ ਕੀ ਰਹੀ ਹੈ। ਇਆਂ ਨ ਸਤਿਗੁਰ ਕਹੂੰ ਦਿਸਾਵੇ। ਸਤਿਗੁਰੂ ਜੀ ਤਾਂ ਇੱਥੇ ਦਿਸਦੇ ਨਹੀਂ, ਵੀ ਇਧਰ ਤਾਂ ਦਰਵਾਜ਼ਾ ਵੀ ਕੋਈ ਨਹੀਂ ਕੋਈ ਦਿਸਦਾ ਕੋਠੇ ਦਾ, ਕਿਉਂਕਿ ਬਾਰ-ਬਾਰ ਕਰਕੇ ਨਗਰ ਤੋਂ ਨਾ ਜਿਵੇਂ ਖੇਤਾਂ ਦੇ ਵਿੱਚ ਕੋਈ ਕੋਠਾ ਬਣਿਆ ਹੁੰਦਾ, ਏਦਾਂ ਦਾ ਸੀ ਗਵਾਲੇ ਦਾ ਕੋਠਾ। ਤੋ ਉੱਥੇ ਨਜ਼ਰ ਨਹੀਂ ਪਿਆ ਆਉਂਦਾ ਕੋਈ ਦਰਵਾਜ਼ਾ, ਕੁਝ ਦਿਸਦਾ ਨਹੀਂ ਪਿਆ। ਸੰਗਤ ਹੈਰਾਨ ਹੋ ਰਹੀ ਹੈ। ਬੜਵਾ ਨੇ ਅਬ ਆਗੇ ਜਾਵਤ। ਘੋੜੀ ਉਹ ਜਗ੍ਹਾ ਛੱਡ ਕੇ ਕਿਤੇ ਹੋਰ ਵੀ ਨਹੀਂ ਜਾਂਦੀ, ਉੱਥੇ ਹੀ ਖਲੋਂਦੀ ਹੈ। ਜਨ ਲక్ష్ਮੀ ਇਤ ਬਿਸ਼ਨ ਬਤਾਵਤ। ਕਹਿੰਦੇ ਜਿਵੇਂ ਲక్ష్ਮੀ ਹੋਵੇ ਤੇ ਲక్ష్ਮੀ ਦੱਸਦੀ ਹੋਵੇ ਵੀ ਵਿਸ਼ਨੂੰ ਜੀ ਇੱਥੇ ਹੀ ਨੇ। ਲక్ష్ਮੀ ਦਾ ਪਤੀ ਵਿਸ਼ਨੂੰ ਹੈ ਨਾ। ਕਹਿੰਦੇ ਮਾਨੋ ਜਿਵੇਂ ਲక్ష్ਮੀ ਹੋਵੇ ਤੇ ਉਹ ਦੱਸਦੀ ਹੋਵੇ ਵੀ ਇੱਥੇ ਹੀ ਨੇ ਵਿਸ਼ਨੂੰ ਜੀ। ਏਦਾਂ ਕਹਿੰਦੇ ਘੋੜੀ ਮਾਨੋ ਦੱਸ ਰਹੀ ਆ ਵੀ ਸਤਿਗੁਰੂ ਜੀ ਇੱਥੇ ਹੀ ਨੇ। ਰਾਜ ਸ਼੍ਰੀ ਪੁਰਹੂਤ ਖੁਜੰਤੀ। ਜਾਂ ਏਦਾਂ ਕਹਿ ਲਈਏ ਵੀ ਜਿਵੇਂ ਕੋਈ ਰਾਜ ਸ਼੍ਰੀ ਹੁੰਦੀ ਤੇ ਉਹ ਪ੍ਰਹੂਤ ਨੂੰ ਲੱਭਦੀ ਹੋਵੇ ਤੇ ਉਹ ਦੱਸਦੀ ਹੋਵੇ ਵੀ ਇੱਥੇ ਹੀ ਹੈ ਪ੍ਰਹੂਤ। ਹਾਂਜੀ, ਅਬ ਇਸ ਥਲ ਕੋ ਨਹੀਂ ਤਜੰਤੀ। ਹੁਣ ਇਸ ਜਗ੍ਹਾ ਨੂੰ ਛੱਡ ਕੇ ਨਹੀਂ ਜਾਂਦੀ, ਉਹ ਤਜ ਕੇ ਦੂਰ ਨਹੀਂ ਹੁੰਦੀ। ਪਿਕ ਬੁੱਢੇ ਸਭ ਕੋ ਸਮਝਾਇਓ। ਬਾਬਾ ਬੁੱਢਾ ਸਾਹਿਬ ਜੀ ਨੇ ਸਭ ਕੁਝ ਵੇਖਿਆ ਤੇ ਵੇਖ ਕੇ ਸੰਗਤ ਨੂੰ ਸਮਝਾਇਆ। ਇਹ ਕੋਠਾ ਕਿਸ ਕੋ ਬਣਵਾਇਓ। ਕਹਿੰਦੇ ਭਾਈ ਇਹ ਕੋਠਾ ਕਿਹਦਾ ਬਣਵਾਇਆ ਹੋਇਆ? ਕੋਠਾ ਬਣਿਆ ਹੋਇਆ, ਇਹ ਕਿਸ ਦਾ ਬਣਵਾਇਆ ਹੋਇਆ? ਦਰ ਦੇਖੋ ਨੇ ਪਈਤ ਆਈ। ਕਹਿੰਦੇ ਕਿਹੋ ਜਿਹਾ ਕੋਠਾ, ਵੀ ਦਰਵਾਜ਼ਾ ਹੀ ਨਹੀਂ ਰੱਖਿਆ ਕੋਠੇ ਦਾ ਕੋਈ। ਵੀ ਕੋਠਾ ਬਣਾਉਂਦਾ ਕੋਈ ਬੰਦਾ ਉਹਦਾ ਦਰਵਾਜ਼ਾ ਤਾਂ ਰੱਖਦਾ। ਕਹਿੰਦੇ ਇਹ ਕਿਹੋ ਜਿਹਾ ਕੋਠਾ ਵੀ ਕੋਈ ਦਰਵਾਜ਼ਾ ਹੀ ਨਹੀਂ ਦਿਸਦਾ। ਬੜਵਾ ਰਹੀ ਸਥਿਰ ਹੋਏ ਪਾਈ। ਪਰ ਇਹ ਘੋੜੀ ਇਸ ਕੋਠੇ ਦੇ ਕੋਲ ਹੀ ਖੜੀ ਹੈ, ਉਹ ਇੱਥੋਂ ਅੱਗੇ ਕਿਤੇ ਦੂਰ ਨਹੀਂ ਜਾਂਦੀ। ਪ੍ਰਥਮ ਪ੍ਰਕਰਮਾ ਇਸ ਕੀ ਕਰੀ। ਔਰ ਘੋੜੀ ਨੇ ਪਹਿਲਾਂ ਇਸ ਕੋਠੇ ਦੀ ਪਰਿਕਰਮਾ ਕੀਤੀ ਹੈ, ਇਹਦੀਆਂ ਪਰਿਕਰਮਾ ਕਰਕੇ ਨਮਸਕਾਰ ਕੀਤੀ ਹੈ। ਦੂਰ ਦੂਰ ਚੋਂ ਦਿਸ਼ ਮੈਂ ਫਿਰੀ। ਕੋਠੇ ਦੇ ਚਾਰੇ ਪਾਸੇ ਦੂਰ ਦੂਰ ਤਾਈਂ ਫਿਰ ਕੇ ਆਈ ਪਰਿਕਰਮਾ ਕਰਕੇ। ਸੀਸ ਝੁਕਾਏ ਬੰਦ ਨਾ ਠਾਨੀ। ਔਰ ਇੱਥੇ ਆ ਕੇ ਸਾਹਮਣੇ ਖਲੋ ਕੇ ਸੀਸ ਝੁਕਾ ਕੇ ਘੋੜੀ ਨੇ ਮੱਥਾ ਟੇਕਿਆ। ਫਿਰ ਅਬ ਰਹੀ ਗੁਰੂ ਇਸ ਥਾਨੀ। ਇਹ ਤੁਰੰਗਣ ਇੱਥੇ ਖੜੀ ਹੈ ਤੇ ਹੁਣ ਸਤਿਗੁਰੂ ਜੀ ਤਾਂ ਇੱਥੇ ਦਿਸਦੇ ਨਹੀਂ ਕਿਤੇ। ਕੋਠੇ ਦਾ ਦਰਵਾਜ਼ਾ ਬੰਦ ਹੈ, ਕੋਈ ਦਰਵਾਜ਼ਾ ਵੀ ਨਹੀਂ ਦਿਸਦਾ। ਤਬ ਕੋ ਛਟਕੇ ਚੌਂ ਦਿਸ਼ ਫਿਰਿਓ। ਬਾਬਾ ਬੁੱਢਾ ਸਾਹਿਬ ਜੀ ਨਾ ਧਿਆਨ ਨਾਲ ਚਾਰੇ ਪਾਸੇ ਕੋਠੇ ਦੇ ਫਿਰਨ ਲੱਗੇ। ਵੇਖਦੇ ਆ ਕੰਧਾਂ ਨੂੰ, ਗਹੁ ਨਾਲ ਧਿਆਨ ਨਾਲ ਤੱਕਦੇ ਨੇ। ਦਰ ਕੋ ਥਿਰਿਓ ਨਿਹਾਰਨ ਕਰਿਓ। ਜਿਹੜਾ ਦਰਵਾਜ਼ਾ ਚਿਣਿਆ ਹੋਇਆ ਵੇਖਿਆ ਵੀ ਇਹ ਤਾਜ਼ਾ ਚਿਣਿਆ ਲੱਗਦਾ, ਉੱਥੇ ਨਿਗਾਹ ਪਈ। ਫਿਰ ਉਹਦੇ ਉੱਪਰ ਵੇਖਿਆ, ਕਿਉਂਕਿ ਉਹ ਤਾਂ ਕੰਧ ਦੇ ਉੱਤੇ ਹੀ ਲਿਖਿਆ ਹੋਇਆ ਸੀ ਨਾ, ਕਿਸੇ ਰੰਗ ਨਾਲ ਤਾਂ ਲਿਖਿਆ ਨਹੀਂ ਹੋਣਾ ਜੋ ਗੁਰੂ ਸਾਹਿਬ ਨੇ ਬਚਨ ਲਿਖੇ। ਉਹ ਕੰਧ ਨਾਲ ਉਹਨੂੰ ਪੜ੍ਹਨਾ ਤਾਂ ਟਾਈਮ ਲੱਗਣਾ ਸੀ। ਜਦੋਂ ਧਿਆਨ ਨਾਲ ਵੇਖਿਆ ਵੀ ਉੱਤੇ ਕੁਝ ਅੱਖਰ ਲਿਖੇ ਹੋਏ ਨੇ। ਅੱਖਰ ਲਿਖੇ ਦੇਖ ਕਰ ਕਇਓ। ਅੱਖਰ ਲਿਖੇ ਹੋਏ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਬੋਲੇ, ਸਭ ਆਵੋ ਇੱਕ ਪਤਾ ਸੁਲਿਓ। ਕਹਿੰਦੇ ਆਜੋ ਸੰਗਤ ਜੀ, ਆਜੋ ਸਾਰੇ, ਇੱਕ ਨਿਸ਼ਾਨੀ ਲੱਭ ਗਈ ਹੈ ਸਤਿਗੁਰਾਂ ਦੇ ਇੱਥੇ ਹੋਣ ਦੀ। ਗੁਰੂ ਹਾਥ ਕੀ ਲਿਖਤ ਦਖੀਜੇ। ਅੱਖਰ ਲਿਖੇ ਨੇ ਤੇ ਮੈਨੂੰ ਜਾਪਦਾ ਵੀ ਇਹ ਅੱਖਰ ਸਤਿਗੁਰਾਂ ਦੇ ਹੱਥਾਂ ਦੇ ਲਿਖੇ ਨੇ, ਉਹਨਾਂ ਨੇ ਆਪਣੇ ਹੱਥਾਂ ਨਾਲ ਲਿਖੇ ਨੇ। ਮੈਂ ਅਬ ਪਠੋ ਸਰਬ ਸੁਨੀਜੇ। ਮੈਂ ਇਹ ਅੱਖਰ ਪੜ੍ਹਦਾ ਤੇ ਤੁਸੀਂ ਸਾਰੇ ਸੁਣੋ ਕਿ ਸਤਿਗੁਰੂ ਜੀ ਨੇ ਕੀ ਲਿਖਿਆ ਹੈ। ਗਏ ਤਾਏ ਤਿਸ ਦੇਖਿਓ ਜਾਏ। ਸਾਰੀ ਸੰਗਤ ਆ ਗਈ ਉਸੇ ਪਾਸੇ, ਸਭ ਨੇ ਜਾ ਕੇ ਵੇਖਿਆ। ਪਠ ਅੱਖਰ ਸੋ ਬ੍ਰਿਧ ਸੁਨਾਏ। ਬਾਬਾ ਬੁੱਢਾ ਸਾਹਿਬ ਜੀ ਨੇ ਉਹ ਅੱਖਰ ਪੜ੍ਹੇ ਤੇ ਪੜ੍ਹ ਕੇ ਸਾਰੀ ਸੰਗਤ ਨੂੰ ਸੁਣਾਏ। ਆਏ ਇਹਾਂ ਦਰ ਪਾਰੇ ਜੋ। ਕੀ ਲਿਖਿਆ ਸੀ ਕਿ ਜਿਹੜਾ ਕੋਈ ਸਿੱਖ ਆ ਕੇ ਸਾਡਾ ਇਹ ਦਰਵਾਜ਼ਾ ਪਾੜੇਗਾ, ਕਿਉਂਕਿ ਚਿਣਿਆ ਹੋਇਆ ਸੀ ਵੀ ਇਹ ਦਰਵਾਜ਼ਾ ਖੋਲੇਗਾ, ਇਹਨੂੰ ਪਾੜਾ ਪਾਵੇਗਾ। ਹਮਨੇ ਗੁਰੂ ਸਿੱਖ ਨੇ ਸੋ। ਇਹ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ,
ਅਸੀਂ ਉਹਦੇ ਗੁਰੂ ਨਹੀਂ। ਹਲਤ ਪਲਤ ਮੈਂ ਨਹੀਂ ਸਹਾਈ। ਔਰ ਨਾ ਹੀ ਲੋਕ ਪਰਲੋਕ ਵਿੱਚ ਅਸੀਂ ਉਹਦੀ ਸਹਾਇਤਾ ਕਰਨੀ ਹੈ, ਮਦਦ ਕਰਨੀ ਹੈ। ਜੋ ਆਇਸ ਕੋ ਦੇਹ ਮਿਟਾਈ। ਜਿਹੜਾ ਸਾਡੀ ਆਗਿਆ ਨੂੰ ਮੋੜੇਗਾ, ਸਾਡੀ ਆਗਿਆ ਨੂੰ ਮਿਟਾਵੇਗਾ। ਸੁਨ ਸੰਗਤ ਸਗਰੀ ਬਿਸਮਾਨੀ। ਉਹਨੂੰ ਅਸੀਂ ਲੋਕ ਪਰਲੋਕ ਵਿੱਚ ਮਦਦ ਨਹੀਂ ਦੇਣੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਲਿਖਤ ਪੜ੍ਹ ਕੇ ਸੁਣਾਈ, ਜਿੰਨੀ ਸੰਗਤ ਸਭ ਹੈਰਾਨ ਹੋ ਗਈ ਵੀ ਇਹ ਤਾਂ ਬੜਾ ਕਰੜਾ ਬਚਨ ਹੈ, ਵੀ ਇੱਥੇ ਤੱਕ ਆ ਵੀ ਗਏ ਤੇ ਦਰਸ਼ਨ ਵੀ ਨਾ ਹੋਣਗੇ। ਹੁਣ ਇੱਕਦਮ ਸਾਰੀ ਸੰਗਤ ਬੜੀ ਬੇਬਲ ਵੀ ਹੋਈ। ਕਿਮਉ ਕਈ ਜਾਏ ਨੈ ਬਾਨੀ। ਹੁਣ ਕੀ ਆਖਣ ਸਮਝ ਨਾ ਆਵੇ ਵੀ ਸਤਿਗੁਰਾਂ ਤੇ ਆਖਿਆ ਇਹ ਦਰਵਾਜ਼ਾ ਨਹੀਂ ਖੋਲਣਾ, ਜਿਹੜਾ ਖੋਲੇਗਾ ਉਹ ਸਾਡਾ ਸਿੱਖ ਹੀ ਨਹੀਂ, ਅਸੀਂ ਉਹਦੇ ਗੁਰੂ ਹੀ ਨਹੀਂ। ਇਹ ਤਾਂ ਬੜੇ ਕਰੜੇ ਬਚਨ ਨੇ। ਜਿੰਨੀ ਸੰਗਤ ਸੀ ਸਾਰੀ ਸੰਗਤ ਬੜੀ ਬੇਬਲ ਹੋਈ। ਆਨ ਗੁਰੂ ਕੀ ਉਲੰਘ ਨ ਸਕਈ। ਹੁਣ ਕਿਹਦੇ ਚ ਇੰਨੀ ਤਾਕਤ ਕਿ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕਰੇ? ਇੰਨਾ ਤਾਣ ਕਿਹਦੇ ਚ ਹੈ ਕਿ ਗੁਰੂ ਸਾਹਿਬ ਜੀ ਦੀ ਆਗਿਆ, ਗੁਰੂ ਸਾਹਿਬ ਜੀ ਦੇ ਹੁਕਮ ਨੂੰ ਕੋਈ ਤੋੜੇ? ਖਰੇ ਪਰਸ ਪਰ ਮੁਖ ਕੋ ਤਕਈ। ਹੁਣ ਜਿੰਨੇ ਸਿੱਖ ਸਭ ਇੱਕ ਦੂਜੇ ਦੇ ਮੂੰਹ ਵੱਲ ਤੱਕੀ ਜਾਣ, ਵੀ ਕੀ ਕਰੀਏ ਸਮਝ ਆਵੇ ਨਾ ਕਿਸੇ ਨੂੰ, ਵੀ ਕਿੱਦਾਂ ਕਰੀਏ, ਸਤਿਗੁਰਾਂ ਦੇ ਦਰਸ਼ਨ ਕਿਵੇਂ ਹੋਣ। ਹੁਣ ਕੌਣ ਕਹੇ ਵੀ ਮੈਂ ਖੋਲਦਾ ਦਰਵਾਜ਼ਾ? ਸਭ ਇੱਕ ਦੂਜੇ ਦੇ ਮੁਖ ਵੱਲ ਵੇਖਦੇ ਨੇ। ਜਾਨੀ ਜਾਏ ਜੁਗਤ ਨੈ ਕੋਈ। ਕੋਈ ਜੁਗਤ ਨਾ ਸਮਝ ਆਵੇ ਵੀ ਕੀ ਜੁਗਤ ਅਪਣਾਈਏ, ਕੀ ਤਰੀਕਾ, ਕੀ ਪ੍ਰਕਾਰ ਅਪਣਾਈਏ। ਜਿਸ ਤੇ ਦਰਸ ਗੁਰੂ ਕੋ ਹੋਈ। ਤੇ ਜਿਹਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣ, ਮਹਾਰਾਜ ਜੀ ਦੇ ਦੀਦਾਰ ਹੋ ਜਾਣ। ਚਿੰਤਮਾਨ ਹੈ ਕਰ ਤਬ ਸਾਰੇ। ਸਾਰੇ ਬੜੇ ਫਿਕਰਮੰਦ, ਸਭ ਦੇ ਚਿੱਤ ਦੇ ਵਿੱਚ ਚਿੰਤਾ। ਪਹਿਲਾਂ ਬੜੀ ਖੁਸ਼ੀ ਹੋ ਗਈ ਸੀ ਵੀ ਹੁਣ ਇੱਥੇ ਸਤਿਗੁਰੂ ਜੀ ਮਿਲਣਗੇ, ਪਰ ਹੁਣ ਇੱਕਦਮ ਫੇਰ ਚਿੰਤਾ ਦੇ ਬੱਦਲ ਛਾ ਗਏ। ਸ਼ਰਨ ਬ੍ਰਿਧ ਕੀ ਬਾਕੀ ਉਚਾਰੇ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਹੀ ਹੁਣ ਸਭ ਨੇ ਹੱਥ ਜੋੜੇ। ਬਾਬਾ ਜੀ ਵਜ਼ੀਰ ਤਾਂ ਤੁਸੀਂ ਹੋ, ਹੁਣ ਤੁਸੀਂ ਬਣੋ ਸਾਡੇ ਵਿਚੋਲੇ। ਸੰਗਤ ਨੇ ਹੁਣ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਰਨ ਕਬੂਲੀ। ਏ ਕੋਤਕ ਸਭ ਆਪ ਦਿਖਾਏ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਇਹ ਕੌਤਕ ਸਾਰੇ ਤੁਸੀਂ ਸਾਨੂੰ ਵਿਖਾਏ ਨੇ। ਹਾਂਜੀ, ਤੁਮ ਬਿਨ ਕਿਸ ਤੇ ਹੋਏ ਨਾ ਉਪਾਏ। ਤੁਹਾਡੇ ਤੋਂ ਬਿਨਾਂ ਹੁਣ ਕਿਸੇ ਹੋਰ ਕੋਲੋਂ ਨਹੀਂ ਕੋਈ ਉਪਾਅ ਹੋਣਾ ਕਿ ਸਤਿਗੁਰੂ ਜੀ ਪ੍ਰਗਟ ਹੋ ਕੇ ਦਰਸ਼ਨ ਦੇਣ। ਬਾਬਾ ਜੀ ਗੁਰੂ ਸਾਹਿਬ ਦੇ ਦਰਸ਼ਨ ਹੁਣ ਤੁਹਾਡੇ ਬਿਨਾਂ ਨਹੀਂ ਕਿਸੇ ਨੇ ਕਰਾਉਣੇ ਸਨ। ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇ। ਕਿ ਗੁਰਦੇਵ ਦਾ ਮੇਲਾ ਕਰਾਓ।
ਇਉਂ ਜਾਣੋ ਕਿ ਉਸ ਸੰਗਤ ਵਿੱਚ ਸਾਰੇ ਆਪਾਂ ਵੀ ਹਾਜ਼ਰ ਹਾਂ। ਔਰ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬੇਨਤੀ ਆਪਾਂ ਕਰੀਏ ਸਾਰੇ, ਬਾਬਾ ਜੀ ਤੁਸੀਂ ਸਤਿਗੁਰਾਂ ਦੇ ਦਰਸ਼ਨ ਕਰਾਓ, ਤੁਹਾਡੇ ਬਿਨਾਂ ਕੋਈ ਸਾਨੂੰ ਦਰਸ਼ਨ ਨਹੀਂ ਕਰਾਉਣ ਜੋਗਾ। ਸੁਨ ਵਿਚਾਰ ਬੁੱਢੇ ਤਬ ਕੀਨਸ। ਸੰਗਤ ਨੇ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਨੇ ਵਿਚਾਰ ਕੀਤੀ। ਦੇਖਨ ਪਰ ਕਰੁਣਾ ਰਸ ਪੀਨਸ। ਆਈ ਮਨ ਵਿੱਚ, ਸੰਗਤ ਪ੍ਰਤੀ ਮਨ ਵਿੱਚ ਕਰੁਣਾ ਰਸ ਆਇਆ। ਚਿਤਵਿਓ ਗੁਰ ਨੇ ਬਚਨ ਉਚਾਰਾ। ਮਨ ਚ ਚਿਤਵਿਆ ਕਿ ਗੁਰੂ ਪਾਤਸ਼ਾਹ ਜੀ ਨੇ ਜਿਹੜੇ ਬਚਨ ਲਿਖੇ ਹਨ, ਉਹ ਦੋਸ਼ ਜੇ ਖੋਲੇ ਦੁਆਰਾ। ਜੇ ਹੁਣ ਇਹ ਦਰਵਾਜ਼ਾ ਖੋਲਾਂਗੇ ਤੇ ਮੇਰੇ ਤੇ ਦੋਸ਼ ਲੱਗੇਗਾ। ਇਹ ਦਰਵਾਜ਼ਾ ਜਿਹੜਾ ਚਿਣਿਆ ਹੋਇਆ, ਜੇ ਇਹਨੂੰ ਉਖੇੜਦੇ ਆ, ਇਹਨੂੰ ਪੁੱਟਦੇ ਆ, ਇਹਨੂੰ ਖੋਲਦੇ ਆ ਤੇ ਮੇਰੇ ਤੇ ਦੋਸ਼ ਲੱਗੇਗਾ। ਅਪਰਥਾਨ ਕੋ ਪਾਰਨ ਕਰੋ। ਸਤਿਗੁਰੂ ਜੀ ਨੇ ਕਿਹਾ ਵੀ ਇਹ ਦਰਵਾਜ਼ਾ ਨਹੀਂ ਖੋਲਣਾ। ਇਹਦਾ ਨਹੀਂ ਆਖਿਆ ਵੀ ਕਿਸੇ ਪਾਸਿਓਂ ਆਉਣਾ ਹੀ ਨਹੀਂ ਅੰਦਰ, ਇਸ ਪਾਸਿਓਂ ਨਹੀਂ ਖੋਲਦੇ, ਪਿਛਲੇ ਪਾਸਿਓਂ ਸੰਨ ਮਾਰ ਲੈਨੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧੂਆਂ ਕੋਲ, ਮਹਾਂਪੁਰਸ਼ਾਂ ਕੋਲ ਜੁਗਤੀਆਂ ਹੁੰਦੀਆਂ, ਜੁਗਤੀ ਨਾਲ ਹੀ ਮੁਕਤੀ ਹੁੰਦੀ ਆ ਖਾਲਸਾ ਜੀ, ਬਿਨਾਂ ਜੁਗਤ ਤੋਂ ਮੁਕਤ ਨਹੀਂ ਹੈ। ਬਾਬਾ ਜੀ ਕਹਿੰਦੇ ਵੀ ਇਹ ਦਰਵਾਜ਼ਾ ਖੋਲਣ ਤੋਂ ਰੋਕਿਆ, ਪਿਛਲੇ ਪਾਸਿਓਂ ਸੰਨ ਮਾਰਨ ਨੂੰ ਥੋੜੀ ਰੋਕਿਆ। ਮਨ ਚ ਸੋਚੀ ਜਾਂਦੇ, ਹਾਂਜੀ ਤਾਹਾਂ ਨਹੀਂ ਇਹ ਦੋਸ਼ ਨਿਹਰੋ। ਉੱਥੇ ਨਹੀਂ ਇਹ ਦੋਸ਼ ਲੱਗਣ ਲੱਗਾ ਮੇਰੇ ਤੇ ਗੁਰੂ ਹੁਕਮ ਮੋੜਨ ਦਾ। ਜੇ ਪਿਛਲੇ ਪਾਸਿਓਂ ਪਾੜਾ ਪਾ ਲਈਏ, ਕੰਧ ਨੂੰ ਸੰਨ ਮਾਰ ਲਈਏ ਤੇ ਅੰਦਰ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਤੇ ਉਹਨਾਂ ਨੂੰ ਬੇਨਤੀ ਕਰਕੇ ਬਾਹਰ ਲਿਆਈਏ, ਫੇਰ ਨਹੀਂ ਮੇਰੇ ਤੇ ਕੋਈ ਦੋਸ਼ ਲੱਗਣ ਲੱਗਾ। ਦਰਸ਼ਨ ਕਰਕੇ ਬਿਨਤੀ ਠਾਨੇ। ਦਰਸ਼ਨ ਕਰਕੇ ਗੁਰੂ ਸਾਹਿਬ ਨੂੰ ਬੇਨਤੀ ਕਰਾਂਗੇ। ਸਭ ਅਪਰਾਧ ਛਿਮੇ ਹਿਤ ਜਾਣੇ। ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਕੇ ਮੇਰਾ ਅਪਰਾਧ, ਸਾਰਿਆਂ ਦਾ ਅਪਰਾਧ ਛਿਮਾ ਕਰ ਦੇਣਗੇ। ਹਿਰਦੇ ਧਿਆਨ ਤਰ ਬੰਧਨ ਕੀਨਸ। ਬਾਬਾ ਜੀ ਨੇ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਹਿਰਦੇ ਚ ਵਸਾ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਕੋਸ਼ਟ ਕੋ ਪਿਛਲੀ ਦਿਸ਼ ਚੀਨਸ। ਕੋਠੇ ਦੇ ਪਿਛਲੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਚਲੇ ਗਏ। ਤਹਾਂ ਜਾਏ ਕਰ ਈਂਟ ਉਖੇਰੀ। ਕਹਿਣ ਲੱਗੇ ਭਾਈ ਜਾਓ ਕੋਈ ਸੱਬਲ ਲਿਆਓ ਲੋਹੇ ਦੀ। ਉਹ ਮੰਗਾਈ ਤੇ ਬਾਬਾ ਜੀ ਆਪਣੇ ਹੱਥੀ ਨਾਲ ਪਿਛਲੇ ਪਾਸੇ ਕੋਠੇ ਦੀ ਕੰਧ ਨੂੰ ਪਾੜਾ ਪਾਇਆ। ਇੱਟਾਂ ਜਿਹੜੀਆਂ ਵਿੱਚ ਲੱਗੀਆਂ ਉੱਤੇ ਮਿੱਟੀ ਵਿੱਚ ਇੱਟਾਂ, ਉਹ ਹੌਲੇ ਹੌਲੇ ਕਰਕੇ ਬਾਬਾ ਜੀ ਵਿੱਚੋਂ ਕੱਢਦੇ, ਸੰਨ ਜੀ ਬਣਾਉਂਦੇ ਵੀ ਜਿਹਦੇ ਵਿੱਚੋਂ ਅੰਦਰ ਜਾ ਸਕਣ। ਤੀਚਨ ਲੋ ਸੰਗ ਤਿਸ ਬੇਰੀ। ਤਿੱਖੇ ਲੋਹੇ ਦੀ ਜਿਵੇਂ ਸੱਬਲ ਹੁੰਦੀ ਹੈ, ਉਹਦੇ ਨਾਲ ਕਹਿੰਦੇ ਪਿਛਲੇ ਪਾਸਿਓਂ ਬਾਬਾ ਜੀ ਇੱਟਾਂ ਪੁੱਟ-ਪੁੱਟ ਕੇ ਹੌਲੇ-ਹੌਲੇ ਬਾਹਰ ਕੱਢੀ ਜਾਂਦੇ, ਪਿਛਲੇ ਪਾਸਿਓਂ ਸੰਨ ਮਾਰੀ ਜਾਂਦੇ। ਗਰੀ ਕਰੀ ਤੈ ਪ੍ਰਵਸ਼ਨ ਜੇਤੀ। ਉਹਦੇ ਵਿੱਚ ਇੱਕ ਛੋਟੀ ਜਿਹੀ ਗਲੀ, ਜਿਹਨੂੰ ਆਪਾਂ ਸੰਨ ਕਹਿ ਦਿੰਦੇ ਆ ਪੰਜਾਬੀ ਚ, ਤੇ ਉਹ ਸੰਨ ਜਿਹੜੀ ਆ ਉਹ ਬਣ ਗਈ। ਉਹਦੇ ਵਿੱਚ ਇੱਕ ਜਿਵੇਂ ਖੱਡਾ ਜਿਹਾ ਕੰਧ ਚ ਮਾਰ ਲਿਆ ਜਾਂਦਾ ਵੀ ਜਿੰਨੇ ਕਦੇ ਵਿੱਚੋਂ ਦੀ ਵਿੱਚ ਬਹਿ ਕੇ ਲੰਘਿਆ ਜਾ ਸਕੇ, ਉਹਨਾਂ ਇੱਕ ਖੱਡਾ ਜਿਹਾ ਸਤਿਗੁਰੂ ਜੀ ਨੇ ਕੰਧ ਚ ਮਾਰ ਲਿਆ। ਸੰਗਤ ਦੇਖਤ ਅਚਰਜ ਸੇਤੀ। ਬਾਬਾ ਬੁੱਢਾ ਜੀ ਨੇ ਜਦੋਂ ਖੱਡਾ ਮਾਰਿਆ ਤੇ ਸੰਗਤ ਵੇਖੀ ਜਾਵੇ ਵੀ ਇਹ ਬਾਬਾ ਜੀ ਕੀ ਕਰੀ ਜਾਂਦੇ ਆ। ਸਾਰੀ ਸੰਗਤ ਹੈਰਾਨ ਹੈ। ਹਾਂਜੀ। ਪশ্ਚਮ ਦਿਸ਼ ਮੈਂ ਕੋਸ਼ਟ ਦੁਆਰਾ। ਖਾਲਸਾ ਜੀ ਜਿਹੜਾ ਇਹ ਕੋਠਾ ਸੀ ਨਾ, ਇਹਦਾ ਜਿਹੜਾ ਮੁੱਖ ਦਰਵਾਜ਼ਾ ਸੀ ਉਹ ਸੀ ਲਹਿੰਦੇ ਵਾਲੇ ਪਾਸੇ, ਪੱਛਮ ਵਾਲੇ ਪਾਸੇ। ਹਾਂਜੀ। ਪੂਰਬ ਦਿਸ਼ਾ ਪਾਰ ਕੋ ਪਾਰਾ। ਬਾਬਾ ਬੁੱਢਾ ਸਾਹਿਬ ਜੀ ਨੇ ਕੋਠੇ ਦੇ ਪਿਛਲੇ ਪਾਸੇ ਜਿਹੜਾ ਚੜ੍ਹਦੇ ਵਾਲਾ ਪਾਸਾ ਹੈ, ਪੂਰਬ ਵਾਲਾ, ਉਧਰੋਂ ਪਾੜਾ ਪਾ ਦਿੱਤਾ। ਜਿੱਧਰ ਦਰਵਾਜ਼ਾ ਉਹ ਲਹਿੰਦੇ ਵਾਲਾ ਪਾਸਾ ਹੈ, ਬਾਬਾ ਜੀ ਨੇ ਚੜ੍ਹਦੇ ਵਾਲੇ ਪਾਸਿਓਂ ਉਸ ਕੋਠੇ ਦੇ ਵਿੱਚ ਪਾੜਾ ਪਾਇਆ। ਅੰਤਰ ਧੀਰਜ ਧਾਰ ਪ੍ਰਵੇਸ਼ਾ। ਤੇ ਬੜੇ ਠਰਮੇ ਨਾਲ, ਧੀਰਜ ਨਾਲ ਬਾਬਾ ਜੀ ਉਸ ਸੰਨ ਦੇ ਵਿੱਚੋਂ ਅੰਦਰ ਗਏ, ਬੜੇ ਧੀਰਜ ਨਾਲ। ਪਿਖੇ ਗੁਰੂ ਤਬ ਮਨੋ ਮਹੇਸ਼ਾ। ਤੇ ਜਦੋਂ ਅੰਦਰ ਗਏ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰ ਬੰਦ ਤੇ ਸਮਾਧੀ 'ਚ ਬੈਠੇ ਨੇ। ਕਈ ਦਿਨ ਬੀਤ ਗਏ ਸਨ। ਜਿਵੇਂ ਕਹਿੰਦੇ ਕੈਲਾਸ਼ ਉੱਤੇ ਸ਼ਿਵ ਬੈਠਦੇ ਆ ਨਾ ਸਮਾਧੀ 'ਚ, ਇਉਂ ਸਤਿਗੁਰੂ ਜੀ ਸਮਾਧੀ ਸਥਿਤ, ਨੇਤਰ ਬੰਦ ਨੇ।
ਔਰ ਪਦਮ ਆਸਣ ਲੱਗਾ ਹੋਇਆ ਹੈ। ਆਸਨ ਲਾਏ ਸਮਾਧਿ ਅਗਾਧਾ, ਅਗਾਧ ਸਮਾਧੀ ਵਿੱਚ ਸਤਿਗੁਰੂ ਜੀ ਸਥਿਤ ਹਨ। ਬ੍ਰਹਮ ਰੂਪ ਇੱਕ ਅਚਲ ਅਬਾਦਾ, ਜਿੱਥੇ ਬ੍ਰਹਮ ਰੂਪ ਹੈ, ਜਿੱਥੇ ਉਹ ਅਚਲ ਸਵਰੂਪ ਹੈ, ਆਬਾਦ ਸਵਰੂਪ ਹੈ, ਉੱਥੇ ਸਤਿਗੁਰੂ ਜੀ ਦੀ ਸਮਾਧੀ ਲੱਗੀ ਹੈ। ਅੰਗ ਅਡੋਲ ਟਿਕੇ ਜਗ ਸੁਆਮੀ, ਅਡੋਲ ਅੰਗ ਲੱਗੇ ਹਨ, ਸਤਿਗੁਰੂ ਜੀ ਸਮਾਧੀ ਸਥਿਤ ਨੇ। ਕੋਟ ਬਰਖ ਜਿਮ ਸ਼ਿਵ ਨਿਸ਼ਕਾਮੀ, ਕਹਿੰਦੇ ਜਿਵੇਂ ਸ਼ਿਵ ਜੀ ਕਰੋੜਾਂ ਸਾਲਾਂ ਤੱਕ ਨਿਸ਼ਕਾਮੀ ਹੋ ਕੇ ਸਮਾਧੀ 'ਚ ਬੈਠਦੇ ਨੇ। ਪਦ ਅਰਬਿੰਦ ਬੰਦਨਾ ਧਾਰੀ, ਵੈਸੇ ਬਿਨਾਂ ਕੋਈ ਕਾਮਨਾ ਤੋਂ ਸਤਿਗੁਰੂ ਸਮਾਧੀ ਸਥਿਤ ਨੇ, ਆਪਣੇ ਹੀ ਸਰੂਪ 'ਚ ਭੇਦ ਨੇ, ਬ੍ਰਹਮ ਰੂਪ 'ਚ। ਬਾਬਾ ਬੁੱਢਾ ਸਾਹਿਬ ਜੀ ਆਏ, ਪਾਤਸ਼ਾਹ ਜੀ ਦੇ ਚਰਨ ਉਹ ਆਪਣੇ ਹੱਥਾਂ ਵਿੱਚ ਪਕੜੇ, ਚਰਨ ਪਕੜ ਕੇ ਤੇ ਚਰਨਾਂ ਨੂੰ ਏਦਾਂ ਹੱਥਾਂ ਨਾਲ ਬਾਬਾ ਬੁੱਢਾ ਸਾਹਿਬ ਜੀ ਚੱਸਦੇ ਹਨ। ਕਰ ਸਪਰਸ਼ ਕਰ ਥਿਰਿਓ ਅਗਾਰੀ, ਚਰਨ ਫੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਸੀਸ ਥੱਲੇ ਜ਼ਮੀਨ ਤੇ ਹੀ ਧਰਿਆ। ਪਾਤਸ਼ਾਹ ਜੀ ਦਾ ਚੌਂਕੜਾ ਲੱਗਾ ਹੋਇਆ ਤੇ ਚਰਨ ਮਹਾਰਾਜ ਜੀ ਦੇ ਗੋਡੇ ਵਾਲੇ ਪਾਸੇ ਇੱਕ ਚਰਨ ਫੜ ਲਿਆ ਬਾਬਾ ਜੀ ਨੇ, ਉਹ ਚਰਨ ਹੱਥ 'ਚ ਪਕੜ ਕੇ ਤੇ ਸੀਸ ਨੀਵਾਂ ਕਰਕੇ ਅੱਗੇ ਬੈਠ ਗਏ। ਛੋਤਨ ਹਾਥ ਸਮਾਧ ਵਿਰਾਮ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੰਦਰ ਆਬਾਦ ਸਮਾਧੀ ਵਿੱਚ ਸਥਿਤ ਨੇ। ਖੁੱਲੇ ਬਿਲੋਚਨ ਕਿਰਪਾ ਸੋ ਧਾਮ, ਜਦੋਂ ਬਾਬਾ ਜੀ ਨੇ ਚਰਨ ਪਕੜਿਆ, ਕੁਝ ਸਮੇਂ ਬਾਅਦ ਗੁਰਦੇਵ ਨੇ ਆਪਣੇ ਸੁੰਦਰ ਨੇਤਰ ਕਮਲ ਖੋਲੇ ਹਨ। ਆਹਾ, ਐਸੇ ਸੁੰਦਰ ਨੇਤਰ ਕਮਲ ਜਿਨ੍ਹਾਂ ਵਿੱਚੋਂ ਐਸੀ ਦਇਆ ਤੇ ਕਰੁਣਾ ਵਰਤਦੀ ਹੈ ਕਿ ਜਿਸ ਤੇ ਵੀ ਉਹ ਦ੍ਰਿਸ਼ਟੀ ਪੈਂਦੀ ਹੈ ਉਹ ਨਿਹਾਲ ਹੋ ਜਾਂਦਾ ਹੈ। ਐਸੇ ਸੁੰਦਰ ਕਮਲ, ਜੈਸੇ ਸੁੰਦਰ ਨੇਤਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਖੋਲੇ ਹਨ। ਦੇਖ ਬ੍ਰਿਧ ਕੋ ਬਾਕੀ ਉਚਾਰਾ, ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖਿਆ, ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕਿਮਤੈ ਟਾਰਿਓ ਹੁਕਮ ਹਮਾਰਾ, ਕਹਿੰਦੇ ਬਾਬਾ ਬੁੱਢਾ ਜੀ ਸਾਡਾ ਹੁਕਮ ਕਿਵੇਂ ਟਾਲ ਦਿੱਤਾ ਤੁਸੀਂ, ਸਾਡਾ ਬਚਨ ਕਿਵੇਂ ਤੁਸੀਂ ਤੋੜ ਦਿੱਤਾ। ਸ਼੍ਰੀ ਗੁਰ ਹਮਨੇ ਆਇਸ ਟਾਰੀ, ਬਾਬਾ ਜੀ ਗੁਰੂ ਸਾਹਿਬ ਕੁਝ ਹੋਰ ਕਹਿੰਦੇ, ਪਹਿਲਾਂ ਹੀ ਬੋਲ ਪਏ, ਨਾ ਮਹਾਰਾਜ ਨਾ, ਮੈਂ ਤੁਹਾਡਾ ਬਚਨ ਨਹੀਂ ਜੇ ਮੋੜਿਆ, ਨਾ ਮਹਾਰਾਜ ਮੈਂ ਤੁਹਾਡਾ ਬਚਨ ਨਹੀਂ ਜੇ ਟਾਲਿਆ। ਤਜ ਦਰ ਫੋਰਿਓ ਦਵਾਰ ਪਿਛਾਰੀ, ਮਹਾਰਾਜ ਮੈਂ ਦਰਵਾਜ਼ਾ ਨਹੀਂ ਖੋਲਿਆ, ਉਹ ਵੇਖੋ ਸਾਹਮਣੇ ਉਦਾਂ ਹੀ ਚਿਣਿਆ ਹੋਇਆ ਜਿਵੇਂ ਤੁਸੀਂ ਆਪਣੇ ਹੱਥਾਂ ਨਾਲ ਚਿਣਿਆ ਸੀ। ਮੈਂ ਦਰਵਾਜ਼ਾ ਛੱਡ ਕੇ ਆ ਤੁਹਾਡੇ ਪਿਛਲੇ ਪਾਸਿਓਂ ਸੰਨ ਲਾ ਕੇ ਆਇਆ, ਪਾੜਾ ਪਾ ਕੇ ਆਇਆ ਕੰਧ ਵਿੱਚ। ਸਭ ਸਿੱਖਨ ਮਨ ਵਿਆਕੁਲ ਹੀਰਾ, ਕੀ ਕਰਦਾ ਮਹਾਰਾਜ, ਮਜਬੂਰੀ ਸੀ, ਸੰਗਤ ਬੇਬਲ ਹੈ, ਸੰਗਤ ਵਿਆਕੁਲ ਹੈ। ਦੁਰੇ ਆਪ ਕਰ ਜਗਤ ਅੰਧੇਰਾ, ਤੁਸੀਂ ਤਾਂ ਸਾਡੇ ਲਈ ਹਨੇਰਾ ਪਾ ਕੇ ਇੱਥੇ ਛੁਪ ਬੈਠੇ ਸੋ ਮਹਾਰਾਜ, ਸਾਡੇ ਲਈ ਤਾਂ ਅੰਧਕਾਰ ਹੀ ਹੋ ਗਿਆ ਸੀ ਤੁਹਾਡੇ ਬਿਨਾ। ਇਹ ਬਿਦ ਕਿਉਂ ਕਰ ਬਨੇ ਗੁਸਾਈ, ਇਹ ਗੁਸਾਈ ਏਦਾਂ ਕਿਵੇਂ ਬਣਦਾ, ਏਦਾਂ ਤਾਂ ਨਹੀਂ ਬਣਦਾ ਮਹਾਰਾਜ ਤੁਹਾਡੇ ਲਈ। ਛਪੋ ਆਪ ਸੰਗਤ ਦੁੱਖ ਪਾਈ, ਮਹਾਰਾਜ ਜੇ ਤੁਸੀਂ ਇੱਥੇ ਛਪ ਗਏ ਤੇ ਸੰਗਤ ਨੇ ਦੁੱਖ ਪਾਉਣਾ ਸੀ। ਸਰਬ ਸ਼ਕਤ ਜੁਤ ਸਮਰਥ ਪੂਰਨ, ਤੁਸੀਂ ਸਰਬ ਸ਼ਕਤੀਆਂ ਦੇ ਸਹਿਤ ਸੰਪੂਰਨ ਹੋ। ਚਾਹੋ ਜੇ ਚਿਤ ਮੈਂ ਕਰੋ ਤੂਰਨ, ਜੋ ਆਪਣੇ ਚਿੱਤ 'ਚ ਚਾਹੁੰਦੇ ਹੋ ਝਟ ਕਰ ਸਕਦੇ ਹੋ। ਤੀਨ ਲੋਕ ਪਰ ਹੁਕਮ ਤੁਮਾਰਾ, ਤੁਹਾਡੇ ਤੇ ਤਿੰਨਾਂ ਲੋਕਾਂ ਤੇ ਆਪ ਜੀ ਦਾ ਹੁਕਮ ਹੈ। ਬੈਠੋ ਤੁਮ ਕਿਸ ਤੇ ਡਰ ਧਾਰਾ, ਤੁਸੀਂ ਕਿਹਦੇ ਤੋਂ ਡਰ ਧਾਰ ਕੇ ਭਲਾ ਇੱਥੇ ਬੈਠ ਸਕਦੇ ਹੋ। ਨਿਕਸੋ ਵੈਰ ਦਿਖਾਵੋ ਦਰਸ਼ਨ, ਮਹਾਰਾਜ ਬਾਹਰ ਆ ਕੇ ਸੰਗਤ ਨੂੰ ਦਰਸ਼ਨ ਦਿਓ। ਕਰੈ ਸੰਗਤ ਪਾਇਨ ਪਰਸਨ, ਸਾਰੀ ਸੰਗਤ ਆ ਕੇ ਤੁਹਾਡੇ ਚਰਨਾਂ ਨੂੰ ਪਰਸੇ। ਸ਼੍ਰੀ ਅੰਗਦ ਕੀ ਸਿਮਰੋ ਸਿੱਖਿਆ, ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਕੀਤਾ ਸੀ ਆਪ ਨੂੰ, ਨਾਮ ਜਪਾਏ ਕਰੋ ਸਿੱਖ ਰੱਖਿਆ। ਸੰਗਤ ਨੂੰ ਨਾਮ ਜਪਾਓ ਤੇ ਸਿੱਖਾਂ ਦੀ ਰੱਖਿਆ ਕਰੋ। ਤੇ ਮਹਾਰਾਜ ਏਦਾਂ ਗੁਪਤ ਕਿਵੇਂ ਹੋ ਗਏ ਆਪ ਜੀ? ਆਪ ਜੀ ਗੁਰੂ ਅੰਗਦ ਸਾਹਿਬ ਦਾ ਹੁਕਮ ਪਾਲੋ, ਬਾਹਰ ਚੱਲ ਕੇ ਸੰਗਤ ਨੂੰ ਨਾਮ ਜਪਾਓ ਤੇ ਉਹਨਾਂ ਦੀ ਰੱਖਿਆ ਕਰੋ। ਮਹਾਰਾਜ ਸੰਗਤ ਬੇਬਲ ਹੈ, ਮੈਂ ਤੁਹਾਡਾ ਹੁਕਮ ਨਹੀਂ ਜੇ ਮੋੜਿਆ, ਤੁਹਾਡਾ ਹੁਕਮ ਸੀ ਇਹ ਦਰਵਾਜ਼ਾ ਨਹੀਂ ਖੋਲਣਾ, ਵੇਖੋ ਮਹਾਰਾਜ ਬੰਦ ਹੈ, ਪਰ ਤੁਸੀਂ ਇਹ ਨਹੀਂ ਸੀ ਲਿਖਿਆ ਵੀ ਪਿਛਲੇ ਪਾਸਿਓਂ ਪਾੜਾ ਨਹੀਂ ਪਾਉਣਾ।
महाराज मैं पिछले पासों सन ला के आया। महाराज जी बड़ा मुस्कुराए, कहते धन हो बाबा बुੱਢਾ ਸਾਹਿਬ, ਤੁਸੀਂ ਗੁਰਸਿੱਖੀ ਦੇ ਭੇਦ ਨੂੰ ਜੁਗਤ ਨੂੰ ਜਾਣਦੇ ਹੋ। ਵਰ ਦੇ ਰਹੇ ਨੇ ਉਸ ਸਥਾਨ ਤੇ, ਉਸ ਸਥਾਨ ਦਾ ਨਾਮ ਹੈ ਗੁਰਦੁਆਰਾ ਸੰਨ ਸਾਹਿਬ। ਸੰਗਤਾਂ ਦਰਸ਼ਨ ਕਰਦੀਆਂ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ, ਉਪਮਾ ਤੋਏ ਬਨ ਆਵੈ, ਤੇਰੀ ਉਪਮਾ ਤੋਏ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ, ਉਪਮਾ ਤੋਏ ਬਨ ਆਵੈ, ਤੇਰੀ ਉਪਮਾ ਤੋਏ ਬਨ ਆਵੈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,